ਸਰਵਰੇ ਕਾਇਨਾਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਧੰਨ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਤਿਨਾਂ ਵੱਲੋਂ ਵਰਸੋਏ ਹੋਏ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤ ਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਜੋ ਅੱਜ ਦਾ ਲੜੀਵਾਰ ਸ਼ਬਦ ਹੈ ਉਹ ਆਪਾਂ ਸਾਰਿਆਂ ਨੇ ਇਸ ਅਸਥਾਨ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਆਪਾਂ ਸਰਵਨ ਕੀਤਾ ਹੈ। ਇਹ ਸ਼ਬਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 191 ਤੇ ਸੁਭਾਈਮਾਨ ਹੈ। ਰਾਗ ਗੌੜੀ ਔਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਇਹ ਸ਼ਬਦ ਹੈ। ਇਸ ਸ਼ਬਦ ਦੀ ਜੋ ਰਹਾਉ ਵਾਲੀ ਪੰਕਤੀ ਹੈ, ਰਹਾਉ ਵਾਲੀ ਪੰਕਤੀ ਵਿੱਚ ਮਹਾਰਾਜ ਸਾਨੂੰ ਉਪਦੇਸ਼ ਕਰਦੇ ਹਨ, ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਬੁਝਾਈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਸ ਸੰਸਾਰ ਨੂੰ ਆਤਿਸ਼ ਦੁਨੀਆ ਵੀ ਕਿਹਾ ਗਿਆ ਹੈ। ਇਸ ਸੰਸਾਰ ਨੂੰ ਪਾਵਕ ਸਾਗਰ ਵੀ ਕਿਹਾ ਗਿਆ ਹੈ। ਇਸ ਸੰਸਾਰ ਨੂੰ ਮਹਾ ਤਪਤ ਸੰਸਾਰ ਵੀ ਕਿਹਾ ਗਿਆ ਹੈ। ਪਾਵਕ ਸਾਗਰ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਆਤਿਸ਼ ਦੁਨੀਆ, ਇਸ ਸੰਸਾਰ ਨੂੰ ਅੱਗ ਵੀ ਕਿਹਾ ਗਿਆ, ਆਤਿਸ਼ ਦੁਨੀਆ। ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਮਹਾ ਤਪਤ ਅਗਨ ਸੰਸਾਰ। ਮਹਾਰਾਜ ਕਹਿੰਦੇ ਇਹ ਜੋ ਸੰਸਾਰ ਹੈ ਇਹ ਤਪ ਰਿਹਾ ਹੈ। ਤੇ ਅਸੀਂ ਇੱਕ ਰੋਜ਼ਾਨਾ ਬਚਨ ਵੀ ਪੜ੍ਹਦੇ ਹਾਂ, ਤਿਤ ਸਰਵਰਲੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਇਹ ਜੋ ਸੰਸਾਰ ਹੈ ਇਹ ਭਿਆਨਕ ਅੱਗ ਦਾ ਰੂਪ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ, ਫਰਮਾਉਂਦੇ ਹਨ ਕਿ ਇਸ ਸੰਸਾਰ ਵਿੱਚ 4 ਨਦੀਆਂ ਅੱਗ ਦੀਆਂ ਹੋਣ ਕਰਕੇ ਇਸ ਸੰਸਾਰ ਨੂੰ ਅੱਗ ਦਾ ਜਿਹੜਾ ਰੂਪ ਕਿਹਾ ਗਿਆ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ, ਤਰੀਐ ਕਰਮੀ ਲੱਗ। ਹੰਸ ਕਿਸੇ ਦੇ ਨਾਲ ਹਿੰਸਾ ਕਰਨੀ, ਹੇਤ ਬਗਾਨਿਆਂ ਨੂੰ ਛੱਡ ਕੇ ਸਿਰਫ ਆਪਣੇ ਤੇ ਆਪਣੇ ਦੇ ਨਾਲ ਹੀ ਪਿਆਰ ਕਰਨਾ। ਹੰਸ ਹੇਤ ਲੋਭ, ਲੋਭ ਦਾ ਅਖਰੀ ਅਰਥ ਆਪਾਂ ਨੂੰ ਸਾਰਿਆਂ ਨੂੰ ਪਤਾ, ਲਾਲਚ। ਤੇ ਕੋਪ ਦਾ ਅਖਰੀ ਅਰਥ ਹੈ ਗੁੱਸਾ, ਜਿਹਨੂੰ ਕਹਿੰਦੇ ਆ। ਮਹਾਰਾਜ ਕਹਿੰਦੇ 4 ਨਦੀਆਂ ਹਨ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਵੇ ਦੱਜਹਿ ਨਾਨਕਾ, ਤਰੀਐ ਕਰਮੀ ਲੱਗ। ਇਹ ਜੋ ਰਹਾਉ ਦੀ ਪੰਕਤੀ ਹੈ ਨਾ, ਰਹਾਉ ਦੀ ਪੰਕਤੀ ਦੇ ਵਿੱਚ ਮਹਾਰਾਜ ਸਾਨੂੰ ਇਹ ਜਿਹੜੀ ਅੱਗ ਹੈ, ਇਹ ਜੋ ਸੰਸਾਰ ਦੀ ਅੱਗ ਹੈ, ਇਹਦੇ ਤੋਂ ਜੋ ਸਾਨੂੰ ਸੇਕ ਲੱਗ ਰਿਹਾ ਹੈ, ਸੜ ਰਹੇ ਹਾਂ ਅਸੀਂ, ਜਿਹਨੂੰ ਅਸੀਂ
ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਦੇ ਹਾਂ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਜਾਂ ਅਸੀਂ ਬਚਨ ਪੜ੍ਹਦੇ ਹਾਂ, ਜੀੜਾ ਅਗਨ ਬਰਾਬਰ ਤਪੈ। ਇਹ ਸੰਸਾਰ ਦੇ ਵਿੱਚ ਇਨਸਾਨ ਜਿਹੜਾ ਉਹ ਸੜ ਰਿਹਾ ਹੈ, ਉਹ ਤਪ ਰਿਹਾ ਹੈ। ਜਿਸ ਨੂੰ ਅਸੀਂ ਪੜ੍ਹਦੇ ਹਾਂ, ਅਗਨ ਸਾਗਰ ਬੂਡਤ ਸੰਸਾਰਾ। ਇਸ ਜੋ ਸੰਸਾਰ ਅੱਗ ਦੀ ਅੱਗ ਹੈ, ਉਹਦੇ ਵਿੱਚ ਜਿਹੜੇ ਜੀਵ ਹੈ, ਜਿਹੜੇ ਪ੍ਰਾਣੀ ਹੈ, ਉਹ ਡੁੱਬ ਰਹੇ ਹਨ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਹਾਂ, ਕਿਤੇ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਆਪਣੀ ਬਾਂਹ ਫੜਾ ਦਈਏ ਤੇ ਮਹਾਰਾਜ ਸਾਨੂੰ ਇਸ ਸੰਸਾਰ ਦੇ ਵਿੱਚੋਂ ਬਾਹਰ ਕੱਢ ਦਿੰਦੇ ਹਨ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਬਾਬਾ ਫਰੀਦ ਜੀ ਦਾ ਇੱਕ ਬਚਨ ਹੈ। ਬਾਬਾ ਫਰੀਦ ਜੀ ਕਹਿੰਦੇ ਹਨ ਕਿ ਮੈਂ ਸੋਚਿਆ ਕਿ ਜਿਹੜੀ ਇਹ ਦੁੱਖ ਹੈ, ਅਗਨ ਦਾ ਜਿਹੜਾ ਦੁੱਖ ਹੈ, ਜਾਂ ਜੋ ਮੈਨੂੰ ਸੇਕ ਲੱਗ ਰਿਹਾ, ਇਹਦਾ ਜਿਹੜਾ ਦੁੱਖ ਹੈ ਸਿਰਫ ਸ਼ਾਇਦ ਮੈਨੂੰ ਹੀ ਹੈ। ਕਹਿੰਦੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਕਿ ਇਹ ਜਿਹੜਾ ਦੁੱਖ ਹੈ, ਜਿਹੜਾ ਸੇਕ ਹੈ, ਇਹ ਸਿਰਫ ਮੈਨੂੰ ਹੀ ਲੱਗ ਰਿਹਾ, ਬਾਕੀ ਦੁਨੀਆ ਨੂੰ ਨਹੀਂ ਲੱਗ ਰਿਹਾ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਇਹ ਅੱਗ ਜਿਹੜੀ ਹੈ ਨਾ, ਇਹ ਤਪਤ ਜਿਹੜੀ ਹੈ ਨਾ, ਉਹ ਤਾਂ ਹਰ ਘਰ ਵਿੱਚ ਹੈ। ਪੁਰਾਤਨ ਸਮੇਂ ਦੇ ਵਿੱਚ ਸੰਤ ਸਿੰਘ ਮਸਕੀਨ ਨਾ ਇਸ ਸ਼ਲੋਕ ਦੀ ਬੜੀ ਪਿਆਰੀ ਵਿਆਖਿਆ ਕਰਦੇ ਹੁੰਦੇ ਸਨ। ਪੁਰਾਤਨ ਸਮੇਂ ਦੇ ਵਿੱਚ ਜਦੋਂ ਅੱਗ ਬਾਲਣੀ ਹੈ ਨਾ, ਤੇ ਕੱਖਾਂ ਦੀ ਅੱਗ ਬਾਲੀ ਜਾਂਦੀ ਸੀਗੀ। ਤੇ ਜਦੋਂ ਅੱਗ ਬਾਲਦੇ ਸੀ ਚੁੱਲ੍ਹੇ ਦੇ ਵਿੱਚ, ਤੇ ਧੂੰਆਂ ਨਿਕਲਦਾ ਸੀ, ਤੇ ਧੂੰਆਂ ਨਿਕਲਣ ਦੇ ਨਾਲ ਗੁਆਂਢੀਆਂ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਇਸ ਘਰ ਵਿੱਚ ਅੱਗ ਬਲ ਗਈ ਹੈ। ਫਿਰ ਉਸ ਤੋਂ ਬਾਅਦ ਕੱਖਾਂ ਤੋਂ ਥੋੜ੍ਹਾ ਜਿਹਾ ਰੂਪ ਜਿਹੜਾ ਅੱਗ ਬਾਲਣ ਦਾ ਚੇਂਜ ਹੋਇਆ। ਪਾਥੀਆਂ ਵਗੈਰਾ ਆ ਗਈਆਂ, ਲੱਕੜਾਂ ਆ ਗਈਆਂ, ਲੱਕੜਾਂ ਬਾਲੀਆਂ, ਪਾਥੀਆਂ ਬਾਲੀਆਂ, ਧੂੰਆਂ ਫਿਰ ਨਿਕਲਿਆ, ਤੇ ਗੁਆਂਢੀਆਂ ਨੂੰ ਪਤਾ ਲੱਗ ਗਿਆ ਵੀ ਅੱਗ ਇਸ ਘਰ ਵਿੱਚ ਬਲ ਗਈ ਹੈ। ਹੌਲੀ ਹੌਲੀ ਸਮਾਂ ਚੱਲਦਾ ਗਿਆ, ਸਮੇਂ ਦੇ ਨਾਲ ਮਿੱਟੀ ਦਾ ਤੇਲ ਆ ਗਿਆ। ਮਿੱਟੀ ਦਾ ਤੇਲ ਬਾਲਿਆ ਤੇ ਉਹਦੀ ਸਟੋਵ ਬਾਲਿਆ, ਤੇ ਧੂੰਆਂ ਤੇ ਉਹਦੇ ਤੋਂ ਘੱਟ ਨਿਕਲਿਆ, ਲੇਕਿਨ ਉਹਦੀ ਆਵਾਜ਼ ਆਈ। ਲੇਕਿਨ ਆਵਾਜ਼ ਤੋਂ ਵੀ ਪਤਾ ਲੱਗ ਗਿਆ ਵੀ ਇਸ ਘਰ ਵਿੱਚ ਅੱਗ ਜਿਹੜੀ ਹੈ ਉਹ ਬਲ ਗਈ। ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ। ਸਿਲੰਡਰ ਆ ਗਏ, ਸਿਲੰਡਰ ਆ ਗਏ, ਨਾ ਆਵਾਜ਼ ਆਈ ਨਾ ਧੂੰਆਂ ਆਏ, ਲੇਕਿਨ ਅੱਗ ਫਿਰ ਬਲੀ। ਕਹਿਣ ਤੋਂ ਭਾਵ ਕਿ ਅੱਜ ਇਲੈਕਟ੍ਰੋਨਿਕ ਕਰਕੇ ਬਿਜਲੀ ਦੇ ਨਾਲ ਜਿਹੜੇ ਇੱਕ ਚੁੱਲ੍ਹੇ ਬਲਣੇ ਸ਼ੁਰੂ ਹੋ ਗਏ। ਚੁੱਲ੍ਹੇ ਬੇਸ਼ੱਕ ਬਲਦੇ ਪਏ ਆ, ਨਾ ਧੂੰਆਂ ਨਿਕਲਦਾ ਨਾ ਆਵਾਜ਼, ਲੇਕਿਨ ਅੱਗ ਫਿਰ ਹੈ, ਸੇਕ ਜਿਹੜਾ ਉਹ ਫਿਰ ਹੈ। ਸੋ ਬਾਬਾ ਫਰੀਦ ਜੀ ਕਹਿੰਦੇ ਆ ਵੀ ਇਹ ਜਿਹੜੀ ਅੱਗ ਹੈ ਨਾ, ਚਾਹੇ ਉਹਦਾ ਕੋਈ ਤਰੀਕਾ ਹੋਵੇ, ਲੇਕਿਨ ਉਹਦੇ ਦਾ ਜਿਹੜਾ ਸੇਕ ਹੈ ਨਾ, ਉਹ ਜਿਹੜਾ ਸੇਕ ਹੈ ਉਹ ਜ਼ਰੂਰ ਨਿਕਲਣਾ। ਬਾਬਾ ਫਰੀਦ ਜੀ ਫਰਮਾਉਂਦੇ ਹਨ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਹੁਣ ਇਸ ਅੱਗ ਨੂੰ ਬੁਝਾਉਣ ਦਾ ਇੱਕ ਤਰੀਕਾ ਮਹਾਰਾਜ ਨੇ ਸਾਨੂੰ ਅੱਜ ਦੇ ਬਚਨ ਦੇ ਵਿੱਚ ਦੱਸਿਆ। ਮਹਾਰਾਜ ਕਹਿੰਦੇ, ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਜਿਹੜਾ ਨਾਮ ਹੈ ਅੰਮ੍ਰਿਤ ਰੂਪੀ, ਇਸ ਨੂੰ ਮਹਾਰਾਜ ਕਹਿੰਦੇ ਹੈ ਪੀਣਾ ਕਰੋ। ਤੇ ਅਸੀਂ ਅੰਮ੍ਰਿਤ ਨਾਮ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਪ੍ਰਮਾਣ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਹੈ, ਛੁੱਟਤ ਪ੍ਰਵਾਹ। ਗੁਰੂ ਰਾਮਦਾਸ ਜੀ ਮਹਾਰਾਜ ਦੀ ਸਿਫਤ ਦਾ ਸਵਈਆ। ਛੁੱਟਤ ਪ੍ਰਵਾਹ ਅਮੇ ਅਮਰਾਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੇ ਸੰਤ ਕਰੇ ਮਨ ਮੱਜਨ, ਪੁੱਬ ਜਿਨਹੂ ਸੇਵਾ ਕਰਿਆ। ਉੱਥੇ ਵੀ ਮਹਾਰਾਜ ਕਹਿੰਦੇ ਹੈ ਕਿ ਗੁਰੂ ਰਾਮਦਾਸ ਜੀ ਅੰਮ੍ਰਿਤ ਦਾ ਸਰੋਵਰ ਹਨ। ਔਰ ਮਹਾਰਾਜ ਕਹਿੰਦੇ, ਛੁੱਟਤ ਪ੍ਰਵਾਹ ਅਮੇ ਅਮਰਾਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੇ ਸੰਤ ਕਰੇ ਮਨ ਮੱਜਨ, ਪੁੱਬ ਜਿਨੂ ਸੇਵਾ ਕਰਿਆ। ਤਿਨ ਭਉ ਨਿਵਾਰ ਅਨਪੈ ਪਦ ਦੀਨਾ। ਭਉ ਨਿਵਾਰ,
ਜਦੋਂ ਇਹ ਅੰਮ੍ਰਿਤ ਦਾ ਸਰੋਵਰ ਦੇ ਨਾਲ, ਅੰਮ੍ਰਿਤ ਦੇ ਸਰੋਵਰ ਚੋਂ ਅਸੀਂ ਪਾਣੀ ਪੀਵਾਂਗੇ, ਜਲ ਪੀਵਾਂਗੇ ਨਾ, ਮਹਾਰਾਜ ਕਹਿੰਦੇ ਤਿਨ ਭਉ ਨਿਵਾਰ ਅਨਪੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰਤ ਰੇ ਕਵ ਕਲ ਠਾਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਪਰੇ। ਗੁਰੂ ਰਾਮਦਾਸ ਮਹਾਰਾਜ ਇੱਕ ਐਸਾ ਸਰੋਵਰ ਹਨ, ਇੱਕ ਐਸਾ ਸਮੁੰਦਰ ਹਨ ਅੰਮ੍ਰਿਤ ਦਾ। ਮਹਾਰਾਜ ਕਹਿੰਦੇ ਜਿਹੜਾ ਵੀ ਉਹਦੇ ਚੋਂ ਕਹਿੰਦੇ ਬੁੱਕ ਭਰ ਕੇ ਪੀਵੇਗਾ ਨਾ, ਉਹਦੇ ਅੰਦਰ ਦੀ ਜਿਹੜੀ ਅੱਗ ਹੈ, ਅੰਦਰ ਦਾ ਡਰ ਹੈ ਜਿਹੜਾ, ਉਹ ਮਹਾਰਾਜ ਕਹਿੰਦੇ ਖਤਮ ਹੋ ਜਾਵੇਗਾ। ਤੇ ਸਾਨੂੰ ਹੁਕਮ ਵੀ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬਹੇ ਨਾ ਵਿਆਪੈ ਚਿੰਤਾ, ਕਬਹੇ ਨਾ ਵਿਆਪੈ ਚਿੰਤਾ। ਮਹਾਰਾਜ ਇੱਥੇ ਫਰਮਾਉਂਦੇ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਮੈਂ ਥੋੜਾ ਜਿਹਾ ਨਾਮ ਤੇ ਰੁਕਣਾ ਚਾਹਾਂਗਾ। ਨਾਮ ਕੀ ਹੈ ਸਾਧ ਸੰਗਤ ਜੀ? ਨਾਮ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਿਪੂਰਨ ਪਰਮਾਤਮਾ ਦੇ ਘਰ ਤੋਂ ਲੈ ਕੇ ਆਏ ਆ। ਨਾਮ ਦੇ ਨਾਲ ਦੋ ਚੀਜ਼ਾਂ ਹੋਰ ਲੈ ਕੇ ਆਏ ਆ। ਭਾਈ ਗੁਰਦਾਸ ਜੀ ਗਵਾਹੀ ਦਿੰਦੇ ਆ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਉ ਬਣ ਆਈ, ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਨੌ ਨਿਧ ਨਾਮ ਤੇ ਗਰੀਬੀ, ਇਹ ਤਿੰਨ ਚੀਜ਼ਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਪਰਿਪੂਰਨ ਪਰਮਾਤਮਾ ਦੇ ਘਰ ਤੋਂ ਲੈ ਕੇ ਆਏ। ਤੇ ਅਸੀਂ ਬਚਨ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਇਸ ਸੰਸਾਰ ਤੇ ਜਦੋਂ ਨਾ ਧਰਤੀ ਸੀ ਨਾ ਕੋਈ ਸੀ, ਪਰਿਪੂਰਨ ਪਰਮਾਤਮਾ ਸੀ ਪਹਿਲਾਂ। ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਇਹਦਾ ਮਤਲਬ ਹੱਲੇ ਕੁਛ ਵੀ ਨਹੀਂ ਸੀ। ਫਿਰ ਹੋਇਆ ਕੀ? ਆਪੀਨੇ ਆਪ ਸਾਜਿਓ, ਪਹਿਲੇ ਕੰਮ ਪਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ, ਆਪਣੇ ਆਪ ਨੂੰ ਬਣਾਇਆ। ਆਸਾ ਕੀ ਵਾਰ ਦੇ ਵਿੱਚ ਤੁਸੀਂ ਹੁਣੇ ਹੀ ਬਚਨ ਸੁਣ ਕੇ ਗਏ ਹੋ, ਆਪੀਨੇ ਆਪ ਸਾਜਿਓ। ਫਿਰ ਦੂਜਾ ਕੰਮ ਕੀ ਕੀਤਾ? ਆਪੀਨੇ ਰਚਿਓ ਨਾਉ। ਉਹ ਜਿਹੜਾ ਨਾਮ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਆ, ਉਹ ਪਹਿਲਾਂ ਪਰਮਾਤਮਾ ਨੇ ਆਪ ਰਚਿਆ। ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਉ। ਫਿਰ ਤੀਸਰਾ ਕੰਮ ਮਹਾਰਾਜ ਨੇ ਕੀ ਕੀਤਾ? ਪਰਮਾਤਮਾ ਨੇ ਦੂਈ ਕੁਦਰਤ ਸਾਜੀਐ। ਦੂਈ ਕੁਦਰਤ ਦੇਖੋ, ਇੱਧਰਲੇ ਪਾਸੇ ਜੇ ਲੈ ਲਈਏ ਅਸੀਂ, ਨਿਰੰਕਾਰ ਆ ਗਿਆ, ਆਪੀਨੇ ਆਪ ਸਾਜਿਓ, ਵਿਚਕਾਰ ਨਾਮ ਆ ਗਿਆ, ਤੇ ਇੱਧਰਲੇ ਪਾਸੇ ਸੰਸਾਰ ਆ ਗਿਆ। ਇਹਦਾ ਮਤਲਬ ਕਿ ਜਿਹੜਾ ਨਾਮ ਹੈ ਉਹ ਨਿਰੰਕਾਰ ਤੇ ਸੰਸਾਰ ਦੇ ਵਿਚਕਾਰ ਆ ਗਿਆ। ਇਹਦਾ ਮਤਲਬ ਕਿ ਅਗਰ ਸੰਸਾਰ ਵਾਲੇ ਪਾਸੇ ਤੋਂ ਨਿਰੰਕਾਰ ਤੱਕ ਜਾਣਾ ਹੈ ਤੇ ਸਾਨੂੰ ਨਾਮ ਦੀ ਲੋੜ ਹੈ। ਨਾਮ ਦੇ ਰਸਤੇ ਦੇ ਰਾਹੀਂ, ਨਾਮ ਨੂੰ ਅਸੀਂ ਆਪਣੀ ਜਿਹੜੀ ਹੈ ਬੇੜੀ ਬਣਾ ਕੇ ਅਸੀਂ ਜਿਹੜਾ ਨਿਰੰਕਾਰ ਦੇ ਘਰ ਤੱਕ ਪਹੁੰਚ ਸਕਦੇ ਹਾਂ। ਮਹਾਰਾਜ ਇੱਥੇ ਫਰਮਾਉਂਦੇ ਹੈ, ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਕਹਿੰਦੇ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ ਨਾ, ਉਹਨੂੰ ਕਹਿੰਦੇ ਪੀਣਾ ਕਰ। ਸਿਮਰ ਸਿਮਰ ਸਭ ਤਪਤ ਬੁਝਾਈ। ਜਦੋਂ ਤੂੰ ਉਹਦਾ ਸਿਮਰਨ ਕਰੇਗਾ ਨਾ, ਫਿਰ ਤੇਰੇ ਅੰਦਰ ਦੀ ਜਿਹੜੀ ਅੱਗ ਹੈ ਨਾ, ਅਸੀਂ ਇੱਕ ਅੱਗ ਹੈ ਸਾਧ ਸੰਗਤ ਜੀ ਅੰਦਰਲੀ, ਬੜੇ ਧਿਆਨ ਦੇ ਨਾਲ। ਅਸੀਂ ਆਮ ਤੌਰ ਤੇ ਕੀ ਕਰਦੇ ਹਾਂ, ਅੰਦਰ ਅੱਗ ਸਾਡੇ ਅੰਦਰ ਲੱਗੀ ਹੈ, ਲੇਕਿਨ ਅਸੀਂ ਬੁਝਾਉਣ ਦੀ ਕੋਸ਼ਿਸ਼ ਬਾਹਰਲੇ ਜਿਹੜੇ ਉਪਕਰਨ ਹੈ, ਬਾਹਰਲੇ ਜਿਹੜੇ ਸਾਡੇ ਇਹ ਤਰੀਕੇ, ਅਸੀਂ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੁਛ ਲੋਕ ਕੀ ਕਰਦੇ ਆ, ਚੰਦਨ ਲੈ ਕੇ ਉਹਨੂੰ ਘਸਾ ਕੇ ਤੇ ਆਪਣੇ ਮੱਥੇ ਤੇ ਮਲਦੇ ਆ, ਸਰੀਰ ਤੇ ਮਲਦੇ ਆ ਕਿ ਸ਼ਾਇਦ ਚੰਦਨ ਦੇ ਨਾਲ ਸਾਡੇ ਅੰਦਰ ਦੀ ਜਿਹੜੀ ਅਗਨ ਹੈ ਬੁਝ ਜਾਵੇਗੀ। ਬਿਲਕੁਲ ਨਹੀਂ, ਮਹਾਰਾਜ ਕਹਿੰਦੇ ਨਹੀਂ। ਕੁਛ ਕਹਿੰਦੇ ਆ ਕਿ ਅਸੀਂ ਏਸੀ ਕਮਰੇ ਦੇ ਵਿੱਚ ਬੈਠ ਜਾਈਏ, ਸ਼ਾਇਦ ਅੱਗ ਤਾਂ ਅੰਦਰ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਹੈ ਕਿ ਜਿਹੜੀ ਤੇਰੀ ਅੰਦਰ ਦੀ ਅਗਨ ਹੈ ਨਾ, ਜੇ ਤੂੰ ਇਹ ਕਵੇਂ ਕਿ ਮੈਂ ਬਾਹਰਲੇ ਯੰਤਰਾਂ ਦੇ ਨਾਲ ਬੁਝਾਉਣ ਦੀ ਕੋਸ਼ਿਸ਼ ਕਰਾਂ, ਕਹਿੰਦੇ ਬਿਲਕੁਲ ਨਹੀਂ ਬੁਝਣੀ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਘਾਮ, ਸੀਤਲ ਥੀਵੇ ਨਾਨਕਾ, ਜਪੰਦੜੋ ਹਰ ਨਾਮ। ਜਿਹਨੂੰ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਪੀਵੋ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਘਾਮ, ਸੀਤਲ ਥੀਵੇ ਨਾਨਕਾ, ਜਪੰਦੜੋ ਹਰ
ਨਾਮ। ਇੱਕ ਹੋਰ ਪ੍ਰਮਾਣ, ਮੈਨੂੰ ਪ੍ਰਮਾਣ ਦੇਣ ਦੀ ਆਦਤ ਜ਼ਿਆਦਾ। ਮਹਾਰਾਜ ਕਹਿੰਦੇ ਜੇ ਸਤਿਗੁਰ ਸਿਮਰੰਤ ਕੌਣ ਤੇਰੀ ਅੰਦਰ ਦੀ ਅਗਨ ਬੁਝਾ ਸਕਦਾ ਹੈ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇਖਿਨ। ਜੇ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਏ। ਜੀ ਕੀ ਤਪਤ ਮਿਟਾਏ, ਉਸ ਗੁਰੂ ਨਾਲ ਜੁੜ ਕਹਿੰਦੇ ਜਿਹੜਾ ਤੇਰੇ ਅੰਦਰ ਦੀ ਜਿਹੜੀ ਅਗਨ ਆ ਨਾ, ਮਹਾਰਾਜ ਕਹਿੰਦੇ ਉਹ ਬੁਝਾ ਦੇਵੇ। ਤੇ ਉਹ ਗੁਰੂ ਦਾ ਨਾਮ ਕੀ ਹੈ? ਮਹਾਰਾਜ ਕਹਿੰਦੇ ਸੋਈ ਰਾਮਦਾਸ ਗੁਰ ਬਲ ਭਨ ਮਿਲ ਸੰਗਤ ਧਨ ਧਨ ਕਰੋ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਨੂੰ ਕਹਿੰਦੇ ਪਕੜ ਲਵੋ, ਉਹਨਾਂ ਨੂੰ ਧੰਨ ਧੰਨ ਕਹੋ। ਤੁਹਾਡੇ ਅੰਦਰ ਦੀ ਜਿਹੜੀ ਅਗਨ ਹੈ ਨਾ, ਮਹਾਰਾਜ ਕਹਿੰਦੇ ਉਹ ਮਿਟ ਜਾਵੇਗੀ। ਮਹਾਰਾਜ ਫਰਮਾਉਂਦੇ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਸਿਮਰ ਸਿਮਰ ਸਭ ਤਪਤ ਬੁਝਾਈ। ਆਪਾਂ ਪ੍ਰਮਾਣ ਲਿਆ ਸੀ ਜਿਉ ਤਪਤ ਹੈ ਬਾਰੋ ਬਾਰ। ਉਹਦੀਆਂ ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਕਹਿੰਦੇ ਤਪਦਾ ਕਿਉਂ ਪਿਆ ਹੈ ਤੂੰ। ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ। ਜੈ ਤਨ ਬਾਣੀ, ਜੈ ਤਨ ਬਾਣੀ। ਤੇਰੇ ਸਰੀਰ ਤੋਂ, ਤੇਰੇ ਅੰਦਰੋਂ ਜਿਹੜੀ ਬਾਣੀ ਤੋਂ ਤੂੰ ਦੂਰ ਚਲਾ ਗਿਆ, ਨਾਮ ਤੋਂ ਦੂਰ ਚਲਾ ਗਿਆ। ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ। ਮਹਾਰਾਜ ਕਹਿੰਦੇ ਜਿਉ ਪੱਕਾ ਰੋਗੀ ਬਿਲ ਲਾਏ। ਇੱਕ ਹੋਰ ਪ੍ਰਮਾਣ ਦੇ ਕੇ ਅੱਗੇ ਚਲੀਏ। ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ। ਜੋ ਜਨ ਪੀਰ ਨਿਵਾਜਿਆ, ਇੱਥੇ ਆਓ, ਜੋ ਜਨ ਪੀਰ ਨਿਵਾਜਿਆ। ਜਿਹੜਾ ਗੁਰੂ ਨਾਲ ਜੁੜ ਗਿਆ ਨਾ, ਤਿੰਨਾਂ ਅੰਚਨਾ ਲਾਗ, ਉਹਨਾਂ ਨੂੰ ਇਹ ਜਿਹੜਾ ਸੰਸਾਰ ਬੇਸ਼ੱਕ ਸਾਗਰ ਅੱਗ ਦਾ ਹੈ, ਬੇਸ਼ੱਕ ਇਹ ਆਤਿਸ਼ ਹੈ, ਮਹਾਰਾਜ ਕਹਿੰਦੇ ਹੈ ਤੂੰ ਪਰਿਪੂਰਨ ਪਰਮਾਤਮਾ ਨਾਲ ਜੁੜ। ਤੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜ। ਤੇ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜੇਗਾ ਨਾ, ਤੇ ਇਸ ਸੰਸਾਰ ਦਾ ਜਿਹੜਾ ਸੇਕ ਹੈ ਨਾ, ਉਹ ਤੈਨੂੰ ਬਿਲਕੁਲ ਨਹੀਂ ਲੱਗੇਗਾ। ਮੈਂ ਇੱਕ ਪ੍ਰਮਾਣ ਜਿਹੜਾ ਪਹਿਲਾਂ ਲਿਆ ਸੀ ਉਹਨੂੰ ਫਿਰ ਦੁਹਰਾਵਾਂ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇੱਥੇ ਤੱਕ ਦੱਸ ਰਹੇ ਹੈ ਕਿ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਅੱਗ ਹੈ। ਫਿਰ ਮਹਾਰਾਜ ਕਹਿੰਦੇ ਹੈ ਕਿ ਤੇਰੀ ਅੱਗ ਤੂੰ ਬਚੇਗਾ ਕਿੱਦਾਂ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ। ਜੇ ਇਹਨਾਂ ਨਾਲ ਜੁੜੇਗਾ, ਇਹਨਾਂ ਵਿੱਚ ਪਵੇਂਗਾ, ਸੜ ਜਾਵੇਂਗਾ। ਤਰੀਐ ਕਰਮੀ ਲੱਗ। ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਤੇ ਤੇਰੇ ਤੇ ਬਖਸ਼ਿਸ਼ ਹੋ ਜਾਵੇਗੀ। ਤੂੰ ਇਸ ਸੰਸਾਰ ਤੋਂ ਕਹਿੰਦੇ ਜਿਹੜਾ ਤੂੰ ਤਰ ਜਾਵੇਂਗਾ। ਮਹਾਰਾਜ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਫਰਮਾਉਂਦੇ ਹਨ ਅੰਮ੍ਰਿਤ ਨਾਮ, ਉਸ ਪਰਿਪੂਰਨ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਪੀਵੋ ਮੇਰੇ ਭਾਈ, ਹੇ ਮੇਰੇ ਭਰਾਵਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਆਪਣਾ ਮਿੱਤਰ ਬਣਾ ਕੇ, ਸਾਨੂੰ ਆਪਣਾ ਭਰਾ ਬਣਾ ਕੇ ਮਹਾਰਾਜ ਸਮਝਾਉਂਦੇ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਸਿਮਰ ਸਿਮਰ ਸਭ ਤਪਤ ਬੁਝਾਈ। ਉਹਦੇ ਸਿਮਰਨ ਨਾਲ ਜੁੜ ਜਾ। ਤੇਰੇ ਅੰਦਰ ਦੀ ਜਿਹੜੀ ਅਗਨ ਹੈ ਨਾ, ਉਹ ਮਹਾਰਾਜ ਕਹਿੰਦੇ ਮਿਟ ਜਾਵੇਗੀ। ਆਰੰਭ ਵਾਲੀਆਂ ਪੰਕਤੀਆਂ ਗੌੜੀ ਮਹੱਲਾ ਪੰਜਵਾਂ। ਸਾਧ ਸੰਗ ਤਾਕੀ ਸਰਣੀ ਪਰੋ। ਬੜਾ ਪਿਆਰਾ ਸ਼ਬਦ ਹੈ ਸਾਧ ਸੰਗ। ਮੈਂ ਸਾਧ ਸੰਗ ਤੇ ਰੁਕਣਾ ਚਾਹਾਂਗਾ। ਕਹਿੰਦੇ ਗੁਰੂ ਦੀ ਸੰਗਤ ਕਰ, ਗੁਰੂ ਦੇ ਕੋਲ ਆ। ਪਹਿਲਾਂ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਾ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਪਰਿਭਾਸ਼ਾਵਾਂ। ਜਿਸ ਤਰ੍ਹਾਂ ਅਸੀਂ ਇੱਕ ਪਰਿਭਾਸ਼ਾ ਇੱਕ ਦੋ ਮੈਂ ਹੋਰ ਆਪ ਜੀ ਦੇ ਸਾਹਮਣੇ ਰੱਖਾਂ, ਵੈਸੇ ਵਿਸ਼ੇ ਨਾਲ ਸੰਬੰਧਿਤ ਨਹੀਂ ਹਨ। ਮਹਾਰਾਜ ਕਹਿੰਦੇ ਆ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੇ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਇਹ ਵੀ ਇੱਕ ਬ੍ਰਹਮ ਗਿਆਨੀ ਦੀ ਪਰਿਭਾਸ਼ਾ। ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ। ਦੁੱਖ ਸੁੱਖ ਜੀਓ ਬੱਧ ਹੈ ਹਉਮੈ ਕਰਮ ਕਮਾਏ। ਇਹ ਵੀ ਇਹ ਮਾਇਆ ਦੀ ਪਰਿਭਾਸ਼ਾ। ਮਾਇਆ ਕਹਿੰਦੇ ਮਾਇਆ ਕਿਸ ਨੂੰ ਆਖੀਐ, ਮਾਇਆ ਕੀ ਹੈ। ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ। ਦੁੱਖ ਸੁੱਖ ਜੀਓ ਬੱਧ ਹੈ ਹਉਮੈ ਕਰਮ ਕਮਾਏ। ਇੱਕ ਹੋਰ ਪਰਿਭਾਸ਼ਾ ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ। ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਨੰਦ ਭਿਆ ਮੇਰੀ ਮਾਈ। ਲੇਕਿਨ ਉਹ ਪਰਿਭਾਸ਼ਾ ਨਹੀਂ ਹੈ। ਪਰਿਭਾਸ਼ਾ ਦੇ ਵਾਸਤੇ ਤੁਹਾਨੂੰ ਜਾਣਾ ਪਏਗਾ 7ਵੀਂ ਪੌੜੀ ਵਿੱਚ। ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ। ਆਨੰਦ ਗੁਰੂ ਤੇ
ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆ ਹੈ ਮਹਾਰਾਜ ਕਹਿੰਦੇ ਆਨੰਦ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਮੈਂ ਬੇਨਤੀ ਕਰ ਰਿਹਾ ਸੀਗਾ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਸਤ ਸੰਗਤ ਕਿਹਨੂੰ ਕਿਹਾ ਗਿਆ ਆ ਹੁਣ ਆਪਾਂ ਬੈਠੇ ਹੋਏ ਆ ਇੱਥੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਔਰ ਪਰਿਪੂਰਨ ਪਰਮਾਤਮਾ ਦੀ ਗੱਲ ਹੋ ਰਹੀ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਮਹਾਰਾਜ ਕਹਿੰਦੇ ਹੈ ਕਿ ਸਾਧ ਸੰਗ ਗੁਰੂ ਦੀ ਸੰਗਤ ਵਿੱਚ ਆ ਗੁਰੂ ਦੇ ਨਾਲ ਆ ਕਹਿੰਦੇ ਤੇ ਅਸੀਂ ਇੱਕ ਨਾ ਬਚਨ ਪੜ੍ਹਦੇ ਹਾਂ ਸਾਧ ਸੰਗ ਤਾਕੀ ਸਰਨੀ ਪਰੋ ਮਹਾਰਾਜ ਕਹਿੰਦੇ ਹੈ ਅਸੀਂ ਰੋਜ਼ਾਨਾ ਵੈਸੇ ਬਚਨ ਪੜ੍ਹਦੇ ਹਾਂ ਰਹਿਰਾਜ ਸਾਹਿਬ ਦੀ ਬਾਣੀ ਸੋਦਰ ਦੀ ਬਾਣੀ ਦੇ ਵਿੱਚ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਰ ਦੇਖੋ ਸੰਗਤ ਦਾ ਫਾਇਦਾ ਕੀ ਹੈ ਊਤਮ ਸੰਗਤ ਊਤਮ ਹੋਵੇ ਜਿੱਦਾਂ ਦੀ ਸੰਗਤ ਤੂੰ ਕਰੇਗਾ ਨਾ ਤੇਰੇ ਅੰਦਰ ਉਸ ਤਰ੍ਹਾਂ ਦੇ ਗੁਣ ਆ ਜਾਣਗੇ ਮਹਾਰਾਜ ਕਹਿੰਦੇ ਕਿਉਂਕਿ ਸ਼ਬਦ ਹੈ ਸਾਧ ਸੰਗ ਗੁਰੂ ਦੀ ਸੰਗਤ ਜਿਸ ਤਰ੍ਹਾਂ ਦੀ ਤੂੰ ਸੰਗਤ ਕਰੇਗਾ ਨਾ ਉਸ ਤਰ੍ਹਾਂ ਦੇ ਤੇਰੇ ਅੰਦਰ ਮਹਾਰਾਜ ਕਹਿੰਦੇ ਗੁਣ ਆ ਜਾਣਗੇ ਊਤਮ ਸੰਗਤ ਊਤਮ ਹੋਵੇ ਗੁਣ ਕਉ ਧਾਵੇ ਅਵਗੁਣ ਧੋਵੇ ਗੁਣ ਜਿਹੜੇ ਹੈ ਉਹ ਤੇਰੇ ਅੰਦਰ ਧਾ ਕੇ ਆਉਣਗੇ ਜ਼ਬਰਦਸਤੀ ਤੇਰੇ ਅੰਦਰ ਗੁਣਾਂ ਦਾ ਵਾਸਾ ਹੋ ਜਾਵੇਗਾ ਔਰ ਜਿਹੜੇ ਔਗਣ ਹਨ ਉਹ ਤੇਰੇ ਅੰਦਰੋਂ ਮਹਾਰਾਜ ਕਹਿੰਦੇ ਨਿਕਲ ਜਾਣਗੇ ਔਗਣ ਧੋਵੇ ਮਹਾਰਾਜ ਕਹਿੰਦੇ ਉਹ ਆਪਣੇ ਆਪ ਬਾਹਰੋਂ ਜਿਹੜੇ ਨਿਕਲ ਜਾਣਗੇ ਮਹਾਰਾਜ ਫਰਮਾਉਂਦੇ ਸਤ ਸਾਧ ਸੰਗ ਤਾਂ ਕਿ ਸਰਨੀ ਪਰੋ ਕਹਿੰਦੇ ਗੁਰੂ ਦੀ ਸੰਗਤ ਵਿੱਚ ਆ ਕੇ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਨਾਲ ਕਹਿੰਦੇ ਜੁੜ ਆ ਇਹਦੇ ਅਰਥ ਹਨ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਕੋਲ ਆ ਕੇ ਉਸ ਪਰਮਾਤਮਾ ਦੇ ਕਹਿੰਦੇ ਚਰਨਾਂ ਦੇ ਨਾਲ ਕਹਿੰਦੇ ਜੁੜੋ ਇੱਕ ਅਸੀਂ ਬਚਨ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੇ ਵਿੱਚ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਪਰ ਆਇਆ ਕਿੱਦਾਂ ਕੱਲਾ ਨਹੀਂ ਆਇਆ ਕਹਿੰਦੇ ਮੈਂ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਗੁਰੂ ਨਾਨਕ ਨੂੰ ਨਾਲ ਲੈ ਕੇ ਆਇਆ ਮੈਂ ਹੁਣ ਅਸੀਂ ਜਦੋਂ ਅਰਦਾਸ ਕਰਦੇ ਹਾਂ ਸਾਡੀ ਅਰਦਾਸ ਦੀ ਬੰਤਰ ਦੇਖੋ ਅਰਦਾਸ ਦੇ ਵਿੱਚ ਸਾਡੀਆਂ ਮੰਗਾਂ ਜਦੋਂ ਸ਼ੁਰੂ ਹੁੰਦੀਆਂ ਨਾ ਮੰਗਾਂ ਸ਼ੁਰੂ ਹੋਣ ਤੋਂ ਪਹਿਲਾਂ 10 ਪਾਤਸ਼ਾਹੀਆਂ ਦੇ ਨਾਮ ਹੈ 10 ਪਾਤਸ਼ਾਹੀਆਂ ਨੂੰ ਨਾਲ ਲੈ ਕੇ ਅਸੀਂ ਅਰਦਾਸ ਕਰਦੇ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਚੇਤੇ ਕਰਕੇ ਉਹਨਾਂ ਨੂੰ ਆਪਣੇ ਅੰਗ ਸੰਗ ਮੰਨ ਕੇ ਅਸੀਂ ਜਿਹੜੀ ਹੈ ਅਰਦਾਸ ਕਰਦੇ ਹਾਂ ਮਹਾਰਾਜ ਇੱਥੇ ਕਹਿੰਦੇ ਸਾਧ ਸੰਗ ਤਾਕੀ ਸਰਨੀ ਪਰੋ ਮੈਂ ਨਾ ਸ਼ਰਨ ਦੇ ਇੱਕ ਆਪ ਜੀ ਨਾਲ ਗਾਥਾ ਸਾਂਝੀ ਕਰਾਂ ਜਿਹੜੇ ਗੁਰੂ ਦੀ ਸੰਗਤ ਵਿੱਚ ਆਏ ਉਹਨਾਂ ਤੇ ਕੀ ਬਖਸ਼ਿਸ਼ ਹੋਈ ਜਿਹੜੇ ਗੁਰੂ ਦੀ ਸੰਗਤ ਤੋਂ ਬਾਹਰ ਗਏ ਉਹਨਾਂ ਦਾ ਕੀ ਬਣਿਆ ਇੱਕ ਇਤਿਹਾਸਕ ਸਾਖੀ ਹੈ ਇਤਿਹਾਸਕ ਗਾਥਾ ਹੈ ਆਗਰੇ ਦੀ ਧਰਤੀ ਹੈ ਜੀ ਆਗਰੇ ਦੀ ਧਰਤੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਉਹਦੇ ਪੁੱਤਰ ਦੇ ਉਸਤਾਦ ਹਨ ਉਸ ਨੂੰ ਫਾਰਸੀ ਵਗੈਰਾ ਪੜ੍ਹਾਉਂਦੇ ਹਨ ਹੋਰ ਉਹਨੂੰ ਵਿੱਦਿਆ ਜਿਹੜੀ ਹੈ ਦਿੰਦੇ ਹਨ ਜੋ ਇਤਿਹਾਸ ਵਿੱਚ ਲਿਖਿਆ ਹੋਇਆ ਇੱਕ ਦਿਨ ਕੀ ਹੋਇਆ ਕਿ ਉੱਥੋਂ ਦੇ ਜਿਹੜੇ ਮੌਲਵੀ ਹੈ ਉੱਥੋਂ ਦੇ ਜਿਹੜੇ ਕਾਜ਼ੀ ਹੈ ਉਹਨਾਂ ਦੇ ਕੋਲੋਂ ਕੁਰਾਨ ਦੀ ਇੱਕ ਆਇਤ ਜਿਹੜੀ ਹੈ ਨਾ ਉਹਦੇ ਅਰਥ ਨਹੀਂ ਹੋਏ ਔਰ ਜੋ ਭਾਈ ਨੰਦ ਲਾਲ ਜੀ ਹਨ ਉਹ ਫਾਰਸੀ ਦੇ ਤੁਰੰਤਰ ਆਪਾਂ ਕਹਿ ਲਈਏ ਵਿਦਵਾਨ ਹਨ ਫਾਰਸੀ ਦੇ ਤੁਰੰਤਰ ਵਿਦਵਾਨ ਹਨ ਤੇ ਉਹਨਾਂ ਕੋਲ ਇਹ ਗੱਲ ਉਹਨਾਂ ਕੋਲ ਪਹੁੰਚ ਗਈ ਜਦੋਂ ਗੱਲ ਪਹੁੰਚ ਗਈ ਤੇ ਭਾਈ ਨੰਦ ਲਾਲ ਜੀ ਨੇ ਉਹਦੇ ਅਰਥ ਨਾ ਸਹਿਜ ਸੁਭਾਏ ਕਰ ਦਿੱਤੇ ਜਦੋਂ ਸਹਿਜ ਸੁਭਾਏ ਕਰ ਦਿੱਤੇ ਇਹ ਗੱਲ ਮੌਲਵੀਆਂ ਕੋਲ ਪਹੁੰਚੀ ਕਾਜ਼ੀਆਂ ਕੋਲ ਪਹੁੰਚੀ ਕਾਜ਼ੀ ਬੜੇ ਹੈਰਾਨ ਹੋਏ ਚਲਦਿਆਂ ਚਲਦਿਆਂ ਇਹ ਗੱਲ ਔਰੰਗਜ਼ੇਬ ਦੇ ਕੰਨਾਂ ਵਿੱਚ ਪੈ ਗਈ ਹੁਣ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਮੇਰੇ ਕਾਜ਼ੀ ਹਨ ਜਾਂ ਜਿਹੜੇ ਮੇਰੇ ਵਿਦਵਾਨ ਹਨ ਮੌਲਵੀ ਹਨ ਉਹ ਕਿੰਨੇ ਕੁ ਜੋਗੇ ਹਨ ਕਿੰਨੇ ਕੁ ਪਾਣੀ ਵਿੱਚ ਹਨ ਉਹ ਤਾਂ ਇਹਦੇ ਅਰਥ ਨਹੀਂ ਸੀ ਕਰ ਸਕਦੇ ਉਹ ਕਹਿੰਦਾ ਇਹਦੇ ਅਰਥ ਕਿੰਨੇ ਕੀਤੇ ਆ ਫਿਰ ਉਹਨਾਂ ਨੇ ਦੱਸਿਆ ਕਿ ਇਹਦੇ ਅਰਥ ਜਿਹੜਾ ਤੁਹਾਡੇ ਪੁੱਤਰ ਨੂੰ ਵਿੱਦਿਆ ਦੇ ਰਿਹਾ ਹੈ ਵਿੱਦਿਆ ਦਾ ਦਾਤਾ ਹੈ ਭਾਈ ਨੰਦ ਲਾਲ ਜੀ ਉਹਨੇ ਕੀਤੇ ਹਨ ਹੁਣ ਔਰੰਗਜ਼ੇਬ ਇਤਨਾ ਤਵਸਬੀ ਹੈ ਉਹ ਨਹੀਂ ਕਿਸੇ ਹੋਰ ਦੀ ਚੜ੍ਹਤ ਜਿਹੜੀ ਹੈ ਉਹ ਦੇਖਣਾ ਚਾਹੁੰਦਾ ਤੇ ਮਾਫ ਕਰਨਾ
ਅੱਜ ਸਾਡੇ ਵੀ ਲਾਣੇ ਦੇ ਪ੍ਰਚਾਰਕਾ ਜਿਹੜਾ ਸਾਡੀ ਸ਼੍ਰੇਣੀ ਹੈ ਉਹਦੇ ਵਿੱਚ ਇਹ ਗੱਲਾਂ ਆ ਗਈਆਂ ਹਨ ਵੀ ਅਸੀਂ ਵੀ ਜਿਹੜੀ ਆ ਉਹ ਕਿਸੇ ਦੀ ਜਿਹੜੀ ਜੜਤਾ ਨਹੀਂ ਦੇਖ ਸਕਦੇ। ਮਾफ़ ਕਰਨਾ, ਮੈਂ ਗੁਰੂ ਤੋਂ ਖਿਮਾ ਕਰਕੇ ਇਹ ਗੱਲ ਮੰਗ ਰਿਹਾ, ਇਹ ਗੱਲ ਕਹਿ ਰਿਹਾ। ਤੇ ਔਰੰਗਜ਼ੇਬ ਨੂੰ ਪਤਾ ਹੈ, ਔਰੰਗਜ਼ੇਬ ਇਤਨਾ ਤਵਸਬੀ ਹੈ, ਉਹ ਨਹੀਂ ਚਾਹੁੰਦਾ ਵੀ ਕੋਈ ਹਿੰਦੂ ਧਰਮ ਦਾ ਜਾਂ ਕਿਸੇ ਹੋਰ ਧਰਮ ਦਾ ਜਿਹੜਾ ਇਸ ਗੱਲ ਦਾ ਇਤਨਾ ਜ਼ਿਆਦਾ ਵਿਦਵਾਨ ਹੋਵੇ। ਉਹਨੇ ਐਲਾਨ ਕਰ ਦਿੱਤਾ ਕਿ ਇਹਨੂੰ ਕਹੋ ਜਾਂ ਤੂੰ ਮੁਸਲਮਾਨ ਬਣ ਜਾ, ਨਹੀਂ ਤੇ ਮਰਨ ਲਈ ਤਿਆਰ ਹੋ ਜਾ, ਕਿਉਂਕਿ ਉਹ ਤਵਸਬੀ ਹੈ, ਉਹ ਨਹੀਂ ਚਾਹੁੰਦਾ ਕਿਸੇ ਹੋਰ ਦੀ ਚੜਾਈ ਜਿਹੜੀ ਹੈ। ਉਹ ਕਹਿੰਦਾ ਕਿ ਜਾਂ ਤੇ ਮਰਨ ਲਈ ਤਿਆਰ ਹੋ ਜਾ ਤੇ ਜਾਂ ਤੂੰ ਕਹਿੰਦਾ ਜਾਨੀ ਕਿ ਜਾਂ ਤੂੰ ਮੁਸਲਮਾਨ ਬਣ ਜਾ। ਉਹ ਹੁਣ ਕਹਿੰਦਾ ਮੈਂ ਮੁਸਲਮਾਨ ਤੇ ਨਹੀਂ ਬਣਨਾ। ਚਲਦਿਆਂ ਚਲਦਿਆਂ ਜਦੋਂ ਸ਼ਾਮ ਨੂੰ ਅੱਜ ਪੜ੍ਹਾ ਰਿਹਾ ਨਾ ਔਰੰਗਜ਼ੇਬ ਦੇ ਪੁੱਤਰ ਨੂੰ, ਬਹਾਦਰ ਸ਼ਾਹ ਨੂੰ, ਤੇ ਬਹਾਦਰ ਸ਼ਾਹ ਨੇ ਕਿਹਾ, ਕਹਿੰਦਾ ਉਸਤਾਦ ਜੀ ਜਾਂ ਤੇ ਤੁਸੀਂ ਆਗਰਾ ਛੱਡ ਕੇ ਚਲੇ ਜਾਓ, ਨਹੀਂ ਤੇ ਮੇਰਾ ਪਿਓ ਤੈਨੂੰ ਕਤਲ ਕਰ ਦੇਵੇਗਾ ਜੇ ਤੂੰ ਮੁਸਲਮਾਨ ਨਹੀਂ ਬਣਨਾ। ਭਾਈ ਨੰਦ ਲਾਲ ਕਹਿੰਦੇ ਮੈਂ ਕਿੱਥੇ ਜਾਵਾਂ? ਕਹਿੰਦੇ ਆਨੰਦਪੁਰ ਦੀ ਧਰਤੀ ਤੇ ਚਲਾ ਜਾ, ਉੱਥੇ ਆਨੰਦ ਦਾ ਮਾਲਕ ਕਹਿੰਦੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਆ, ਉਹਦੇ ਚਰਨਾਂ ਵਿੱਚ ਕਹਿੰਦੇ ਚਲਾ ਜਾ। ਇਹਦਾ ਮਤਲਬ ਕਿ ਔਰੰਗਜ਼ੇਬ ਤੇ ਉਹਦੇ ਪਰਿਵਾਰ, ਉਹਨਾਂ ਸਾਰਿਆਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਭ ਕੁਝ ਜਿਹੜਾ ਉਹ ਪਤਾ ਹੈ ਕਿ ਇਹਦੀ ਜਾਨ ਉੱਥੇ ਹੀ ਬਚ ਸਕਦੀ ਹੈ। ਉਹ ਉੱਥੋਂ ਚੱਲਿਆ, ਰਾਤ ਨੂੰ ਚੱਲਿਆ, ਦੌੜਿਆ ਤੇ ਆ ਕੇ ਆਨੰਦਪੁਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਗਿਆ। ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨੇ ਇੱਕ ਕਿਤਾਬ ਕਹਿ ਲਈਏ ਜਾਂ ਜੋ ਉਹਨੇ ਆਪਣੀ ਰਚਨਾ ਲਿਖੀ ਸੀ ਉਹ ਭੇਟ ਕੀਤੀ। ਉਹਦਾ ਨਾਮ ਸੀ ਬੰਦਗੀਨਾਮਾ। ਮਹਾਰਾਜ ਨੂੰ ਉਹਨੇ ਭੇਟ ਕੀਤੀ। ਮਹਾਰਾਜ ਨੇ ਉਹਦੀ ਰਚਨਾ ਪੜ੍ਹੀ। ਮਹਾਰਾਜ ਕਹਿੰਦੇ ਬੰਦਗੀਨਾਮਾ ਨਹੀਂ, ਇਹ ਜ਼ਿੰਦਗੀਨਾਮਾ ਹੈ। ਜਿਹੜਾ ਵੀ ਇਹਨੂੰ ਪੜ੍ਹੇਗਾ ਉਹਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਬਦਲ ਜਾਵੇਗੀ। ਤੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਦੇ ਵਿੱਚ ਸੇਵਾ ਕਰਨ ਲੱਗ ਪਿਆ। ਐਸੀ ਸੇਵਾ ਕੀਤੀ ਕਿ ਅੱਜ ਹਰ ਸਿੱਖ ਜਿਹੜਾ ਨਾ, ਹਰ ਪ੍ਰਚਾਰਕ ਜਿਹੜਾ ਨਾ, ਭਾਈ ਨੰਦ ਲਾਲ ਜੀ ਦੀ ਬਾਣੀ ਜਿਹੜੀ ਹੈ, ਰਚਨਾ ਜਿਹੜੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਹਰ ਇਤਿਹਾਸਕ ਅਸਥਾਨ, ਹਰ ਅਸਥਾਨ ਤੇ ਉਹ ਪੜ੍ਹਦਾ। ਕਹਿਣ ਤੋਂ ਭਾਵ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਨੇ ਉਹਨੂੰ ਫਰਸ਼ਾਂ ਤੋਂ ਚੱਕ ਕੇ ਅਰਸ਼ਾਂ ਤੇ ਪਹੁੰਚਾ ਦਿੱਤਾ। ਇਹ ਗੁਰੂ ਦੀ ਸ਼ਰਨ ਹੈ ਜੀ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਨੇ ਉਹਨੂੰ ਫਰਸ਼ਾਂ ਤੋਂ ਚੱਕ ਕੇ ਅਰਸ਼ਾਂ ਤੇ ਪਹੁੰਚਾ ਦਿੱਤਾ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ 52 ਕਵੀ ਸਨ ਨਾ, 52 ਕਵੀਆਂ ਦਾ ਉਹਨੂੰ ਸਿਰਮੌਰ ਕਵੀ ਥਾਪ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਨੰਦਪੁਰ ਸਾਹਿਬ ਦਾ ਲੰਗਰ ਜਿਹੜਾ ਸੀ, ਲੰਗਰ ਦਾ ਜਿਹੜਾ ਸਾਰਾ ਪ੍ਰਬੰਧ ਸੀ ਭਾਈ ਨੰਦ ਲਾਲ ਜੀ ਕੋਲ। ਇਸ ਲਈ ਭਾਈ ਨੰਦ ਲਾਲ ਜੀ ਨੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕਰਦੇ ਨਾ, ਨਾਸਰ ਓ ਮਨਸੂਰ ਗੁਰਗੋ ਬਿੰਦ ਸਿੰਘ ਇਜ਼ਤ ਏ ਮਨਜ਼ੂਰ ਗੁਰਗੋ ਬਿੰਦ ਸਿੰਘ, ਬਹੁਤ ਉਹਨਾਂ ਨੇ ਗੁਰੂ ਸਾਹਿਬ ਦੀ ਸਿਫਤ ਕੀਤੀ। ਇੱਥੋਂ ਤੱਕ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਨਕ ਸ਼ਬਦ ਜਿਹੜਾ ਉਹਦੇ ਉਹਨਾਂ ਨੇ ਅਰਥ ਕੀਤੇ, ਹਰਦੋ ਨੂਨ ਨਾਮ ਪਾਕਸ਼ ਨਈਮ व ਨਸੀਰ व ਅਲਫ ਮਿਆਨਾ ਆਹਦ ਕਾਫ ਆਖਰੀ ਕਬੀਰ। ਖੈਰ ਮੈਂ ਇਹਦੀ ਅਰਥ ਨਹੀਂ ਕਰਨੇ। ਮਹਾਰਾਜ ਕਹਿਣ ਤੋਂ ਭਾਵ ਕਿ ਜਿਹੜਾ ਭਾਈ ਨੰਦ ਲਾਲ ਜੀ ਇੱਕ ਧੁਰੰਤਰ ਵਿਦਵਾਨ ਫਾਰਸੀ ਦਾ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਨੇ ਫਰਸ਼ਾਂ ਤੋਂ ਚੱਕ ਕੇ ਅਰਸ਼ਾਂ ਤੇ ਪਹੁੰਚਾ ਦਿੱਤਾ। ਹੁਣ ਉਹ ਜਿਹੜਾ ਗੁਰੂ ਘਰ ਵਿੱਚ ਪੈਦਾ ਹੋਇਆ, ਜਿਹੜਾ ਗੁਰੂ ਦੇ ਬਿੰਦ ਤੋਂ ਪੈਦਾ ਹੋਇਆ, ਉਹ ਜਦੋਂ ਗੁਰੂ ਦੀ ਸ਼ਰਨ ਤੋਂ ਬਾਹਰ ਗਿਆ, ਮੈਂ ਗੱਲ ਕਰਨ ਲੱਗਾ ਬਾਬਾ ਰਾਮ ਰਾਏ ਦੀ। ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਵੱਡਾ ਜਾਣ ਕੇ ਉਹਨਾਂ ਨੂੰ ਦਿੱਲੀ ਦੀ ਧਰਤੀ ਤੇ ਭੇਜਿਆ। ਉਹਨਾਂ ਨੇ ਉੱਥੇ 72 ਉਹਨਾਂ ਨੇ ਉੱਥੇ ਕਰਾਮਾਤਾਂ ਦਿਖਾਈਆਂ। ਕਰਾਮਾਤਾਂ ਦਿਖਾਉਣ ਤੋਂ ਬਾਅਦ ਇੱਥੋਂ ਤੱਕ ਨਹੀਂ ਰੁਕਿਆ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਬਦਲਤੀ। ਤੁਸੀਂ ਇਹ ਸਾਖੀ ਸੁਣੀ ਹੋਈ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ। ਉੱਥੇ ਉਹਨੇ ਕਹਿਤਾ ਕਿ ਇਹ ਲਿਖਾਰੀਆਂ ਦੇ ਕੋਲੋਂ ਗਲਤੀ ਹੋਈ ਹੈ, ਮਿੱਟੀ ਬਈ ਮਾਨ ਕੀ ਕਹਿ। ਜਦੋਂ ਇੰਨੀ ਗੱਲ ਕਹੀ ਤੇ ਗੁਰੂ ਹਰ ਰਾਏ ਸਾਹਿਬ ਜੀ ਨੇ ਨਾਲ ਜਿਹੜੇ ਸਿੱਖ ਗਏ ਸੀਗੇ, ਸਿੱਖ ਉੱਥੇ ਹੀ ਛੱਡ ਕੇ ਉਹਨੂੰ ਵਾਪਸ ਆ ਗਏ ਤੇ ਗੁਰੂ ਹਰ ਰਾਏ ਸਾਹਿਬ ਜੀ ਨੇ ਐਲਾਨ ਕੀਤਾ ਕਿ ਕਹਿੰਦੇ ਬਾਬਾ ਰਾਮ ਰਾਏ ਨੂੰ ਕਹੋ ਜਿੱਧਰ ਨੂੰ ਤੇਰਾ ਮੂੰਹ ਹੈ ਉਧਰ ਨੂੰ ਚਲਾ ਜਾ, ਵਾਪਸ ਕੀਰਤਪੁਰ ਦੀ ਧਰਤੀ ਤੇ ਨਾ ਆਵੀਂ, ਵਾਪਸ ਪੰਜਾਬ ਨਾ ਆਵੀਂ, ਮੈਨੂੰ ਆਪਣੀ ਸ਼ਕਲ ਨਾ ਦਿਖਾਵੀਂ। ਤੇ ਹੋਇਆ ਕਿ ਸਮਾਂ ਪਾ ਕੇ ਉਹਦੇ ਹੀ ਜਿਹੜੇ ਨਾਲ ਦੇ ਸਾਥੀ ਸੀਗੇ, ਮਹੰਤ ਸੀਗੇ, ਮਸੰਦ ਸੀਗੇ, ਉਹਨਾਂ ਨੇ ਹੀ ਉਹਨੂੰ ਰਜਾਈ ਵਿੱਚ ਨੱਪ ਕੇ ਉਹਨੂੰ ਮਾਰ ਦਿੱਤਾ। ਕਹਿਣ ਤੋਂ ਭਾਵ ਜਿਹੜਾ ਗੁਰੂ ਦੀ ਸ਼ਰਨ ਤੋਂ ਬਾਹਰ ਗਿਆ ਉਹਨੂੰ ਕਿਤੇ ਵੀ ਢੋਈ ਨਹੀਂ, ਨਾ ਇਸ ਥਾਂ ਤੇ ਢੋਈ,
इस धरती ते ना लोक विच ना परलोक विच जेड़ा गुरु दी शरण विच आ गया, गुरु ने उन्नू फर्शां तो चक के अरशां तक पहुँचा दिता। ते असी बचन भी पढ़ते हाँ, सतगुर आयो शरण तुहारी, मिले सूख नाम हर शोभा, चिंता लाहे हमारी। असी रोज़ बचन पढ़ते हाँ। ਜਦੋਂ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਦਰਬਾਰ ਸਾਹਿਬ ਦੀ ਧਰਤੀ ਤੇ, ਉੱਥੇ ਸ਼ਬਦ ਪੜਿਆ ਜਾਂਦਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮਤਰਾਸ ਮਿਟਾਈ, ਇੱਕ ਅਰਦਾਸ पूरी सिख कौम दा, पूरी लुकाई दे आगू बन के भट्ट साहबान गुरु रामदास दे चरनां च अरदास कर रहे हैं। एक अरदास पाठ कीरत की, पट कीरत जी अरदास कर रहे हैं, एक अरदास पाठ कीरत की, गुरु रामदास राखो सरनाई। ते असी रोजाना बचन पढ़ते हैं। मैं बेनती करता हुन्ना, जो सिखा तू मत्था टेकदा ना, मत्था टेकन तो पहला 1 मिनट लगा लिया कर, रुक के इन्ना क पढ़िया कर, जप तप संजम धर्म ना कमाया, सेवा साध ना जानिया हर राया। हले मत्था नहीं टेकना, खड़े हो के किन्ना क समा लगा, 1 मिनट भी नहीं लगे। जप तप संजम धर्म ना कमाया, ये तीनों चीज़ां सी कमाउण वालियां। सेवा साध ना जानिया हर राया, ते सामने खड़ा हो के कमिट कर, कहो नानक हम नीच करमा, मेरे तो माड़ा महाराज कोई होर है ही नहीं गा। जिन्ने मेरे कर्म नीच है ना, कोई किसी होर दे है ही नहीं। जप तप संजम धर्म ना कमाया, सेवा साध ना जानिया हर राया, कहो नानक हम नीच करमा। ते फिर मत्था टेक शरण परे की राखो। हुण मैं मत्था टेकन लगा। महाराज इत्थे कहंदे है कि गुरु की संगत विच आके ना, गुरु की संगत विच आके ते उस परिपूर्ण परमात्मा दे चरनां दे विच, ओदी शरण विच आओ। महाराज फरमाउंदे साध संग ताकि सरनी परो, ताकि सरनी परो। हुण अगे बड़ी प्यारी पंक्ति, महाराज कहंदे मन तन अपना आगे धरो। तन तां आ गया, तन तां आ गया, तुहाडा भी आ गया, मेरा भी आ गया। किसी मजबूरी वस भी आ सकते आपां, है ना। जे ना होवे ते कई बारी मजबूरी वस भी तन आ गया, परंतु मन तो साडा बाहर ही भटकदा फिरदा ना। ते साध संगत जी, गुरु ग्रंथ साहिब जी महाराज विच पूरी खेड ही जिहड़ी है वो मन की खेड है। जे किते ये मन काबू आ जावे ना, ते मन वैसे आ जांदा। महाराज कहंदे मन वस आवे नानका जे पूर्ण किरपा, जे किते ओदी किरपा हो जावे। महाराज कहंदे मन तन अपना आ गए धरो, अपना मन ते अपना तन उस परिपूर्ण परमात्मा दे चरनां दे विच अपना मन ते तन दे आपां होर अर्थ कर लीए अगे। अपनियां इंद्रियां जिहड़ियां वो सारियां जिहड़ियां उन्हां नूं गुरु ग्रंथ साहिब दे चरनां दे अगे रख। ते बाबा फरीद जी कहते हैं आज मिलावा सेक फरीद, टाकम कुंजड़ियां मनो मचिंदड़ियां। कहते जे तू किते इन्हां इंद्रियां नूं कहते काबू कर लवे ना, ते तैनूं परमात्मा कहते अज ही मिल जावे। महाराज फरमाउंदे आज मिलावा सेक फरीद, टाकम कुंजड़ियां। क्यों जी, मनो मचिंदड़ियां, इन्हां ने ही अंदर कहते अग लाई हुई है। महाराज फरमाउंदे मन तन अपना आ गए धरो। महाराज अगे फिर उही पंक्ति रहो वाली, अमृत नाम पीवो मेरे भाई, सिमर सिमर सब तपत बुझाई। अमृत रूपी नाम जिहड़ा वो पीना करो, सिमर सिमर सब तपत बुझाई। ते उस परिपूर्ण परमात्मा दा नाम जिहड़ा सिमर के उसनूं चेते करके तेरे अंदर दी जिहड़ी अगन है वो बुझ जाएगी। इत्थे तक रहो दी पंक्ति। अगे महाराज फरमाउंदे तज अभिमान जन्म मरण निवारो। रहो तो जी अगली पंक्ति है तज अभिमान,
ਅੰਦਰਲਾ ਕਹਿੰਦੇ ਜਿਹੜਾ ਹੰਕਾਰ ਨਾ ਉਹ ਛੱਡ ਦੇ। ਮੈਂ ਨਾ ਇਹ ਪੰਕਤੀ ਦੇ ਅਰਥ ਇੱਕ ਸਾਖੀ ਨਾ ਕਰਾਂਗਾ। ਕੱਲ ਆਪਾਂ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਦਿਵਸ ਬਣਾ ਕੇ ਗਏ ਹਾਂ, ਗੁਰਤਾ ਗੱਦੀ ਦਿਵਸ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ ਇੱਕ ਬ੍ਰਾਹਮਣ ਆਇਆ। ਉਸ ਬ੍ਰਾਹਮਣ ਦਾ ਨਾਮ ਭਾਈ ਗੁਰਦਾਸ ਜੀ ਨੇ ਜੋਧ ਰਸੋਈਆ ਦੇਵਤਾ ਕਰਕੇ ਲਿਖਿਆ। ਉਹਨਾਂ ਦੀ ਜਿਹੜੀ ਵਾਰ ਹੈ, ਜਦੋਂ ਸਿੱਖਾਂ ਦੀ ਨਾਮਵਲੀ ਲਿਖਦੀ ਹੈ, ਨਾਮਾਵਲੀ, ਉਹਦੇ ਵਿੱਚ ਪੰਕਤੀ ਹੁੰਦੀ ਹੈ ਜੋਧ ਰਸੋਈਆ ਦੇਵਤਾ। ਬ੍ਰਾਹਮਣ ਸੀ ਨਾ, ਤੇ ਉਹਨਾਂ ਨੇ ਸਤਿਕਾਰ ਦੇ ਨਾਲ ਨਾਮ ਲਿਖਿਆ। ਉਹ ਜੋਧ ਆਇਆ, ਭਾਈ ਜੋਧ ਜੀ ਆਏ। ਜਦੋਂ ਭਾਈ ਜੋਧ ਜੀ ਆਏ ਨਾ, ਤੇ ਆ ਕਰਕੇ ਜਦੋਂ ਉਹਨਾਂ ਨੇ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਪੂਰਾ ਜਿਹੜਾ ਖਡੂਰ ਸਾਹਿਬ ਦਾ ਆਪਾਂ ਕਹਿ ਲਈਏ ਕਿ ਸਿਧਾਂਤ ਦੇਖਿਆ, ਜਾਂ ਉੱਥੋਂ ਦਾ ਜੋ ਵੀ ਸੀਗਾ ਰਹਿਣ ਸਹਿਣ ਦੇਖਿਆ, ਤੇ ਉਹਦੇ ਮਨ ਵਿੱਚ ਆ ਗਿਆ ਕਿ ਮੈਨੂੰ ਇਸ ਜਗ੍ਹਾ 'ਤੇ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹਨੂੰ ਇਹ ਵਿਸ਼ਵਾਸ ਆ ਗਿਆ, ਕਿਉਂਕਿ ਉਹ ਸੱਚ ਦੀ ਭਾਲ ਵਿੱਚ ਸੀਗਾ, ਤੇ ਸੱਚ ਦੀ ਭਾਲ ਕਰਦਿਆਂ ਕਰਦਿਆਂ ਖਡੂਰ ਸਾਹਿਬ ਦੀ ਧਰਤੀ 'ਤੇ ਆਇਆ, ਤੇ ਉਹਨੂੰ ਯਕੀਨ ਹੋ ਗਿਆ ਕਿ ਇੱਥੇ ਮੈਨੂੰ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ, ਪਰਮਾਤਮਾ ਨਾਲ ਮੇਰਾ ਮਿਲਾਪ ਹੋ ਸਕਦਾ। ਤੇ ਆਇਆ ਤੇ ਆ ਕੇ ਲੰਗਰਾਂ ਦੀ ਸੇਵਾ, ਲੱਕੜਾਂ ਦੀ ਸੇਵਾ ਕਰਦਾ। ਹੁਣ ਜਦੋਂ ਲੱਕੜਾਂ ਦੀ ਸੇਵਾ ਕਰਦਾ, ਲੰਗਰਾਂ ਦੀ ਸੇਵਾ ਕਰਦਾ ਨਾ, ਅੰਦਰ ਉਹ ਜਿਹੜਾ ਬ੍ਰਾਹਮਣਪੁਣਾ ਸੀ ਨਾ, ਉਹ ਨਿਸ਼ੀਤ ਖਤਮ ਹੁੰਦਾ। ਜਦੋਂ ਸੇਵਾ ਕਰਨੀ, ਜੂਠੇ ਬਰਤਨ ਸਾਫ਼ ਕਰਨੇ ਜਾਂ ਲੱਕੜਾਂ ਦੀ ਸੇਵਾ ਕਰਨੀ, ਤੇ ਅੰਦਰਲਾ ਜਿਹੜਾ ਬ੍ਰਾਹਮਣਪੁਣਾ ਸੀ ਨਾ, ਬ੍ਰਾਹਮਣਵਾਦ ਸੀ ਨਾ, ਉਹ ਉੱਠ ਪੈਣਾ, ਤੂੰ ਬ੍ਰਾਹਮਣ, ਤੂੰ ਕਿਹੜੇ ਕੰਮਾਂ 'ਚ ਪਿਆ, ਤੂੰ ਕਿਹੜੇ ਕੰਮਾਂ 'ਚ ਪਿਆ। ਜੂਠੇ ਬਰਤਨ ਬ੍ਰਾਹਮਣ ਤੇ ਜਿਹੜਾ ਹੈਗਾ, ਉਹ ਤੇ ਕਦੀ ਇਹ ਕੰਮ ਕਰਦਾ ਹੀ ਨਹੀਂਗਾ, ਤੂੰ ਕਿਹੜੇ ਕੰਮਾਂ 'ਚ ਪਿਆ, ਇਹ ਤੇ ਸ਼ੂਦਰਾਂ ਦਾ ਕੰਮ ਹੈ, ਤੇ ਹੋਰਨਾਂ ਦਾ ਕੰਮ ਹੈ। ਤੇ ਬੜਾ ਦੁਖੀ। ਤੇ ਜਦੋਂ ਲੰਗਰ ਛਕਣਾ, ਲੰਗਰ ਛਕਣ ਲੱਗਿਆ, ਜਦੋਂ ਸੰਗਤ ਪੰਗਤ ਵਿੱਚ ਬੈਠਣਾ, ਤੇ ਫਿਰ ਆ ਜਾਣਾ, ਤੂੰ ਕਿਹਨਾਂ ਦੇ ਨਾਲ ਬਹਿ ਕੇ ਲੰਗਰ ਛਕਦਾ ਪਿਆ, ਕੋਈ ਇੱਧਰ ਬੈਠਾ, ਕੋਈ ਸ਼ੂਦਰ ਬੈਠਾ, ਕੋਈ ਖੱਤਰੀ ਬੈਠਾ, ਕੋਈ ਵੈਸ਼ ਬੈਠਾ, ਕੋਈ ਹੋਰ ਬੈਠਾ, ਤੂੰ ਕਿਹਨਾਂ ਨਾਲ ਬਹਿ ਕੇ ਛਕਦਾ ਪਿਆ। ਉਹ ਅੰਦਰ ਦਾ ਜਿਹੜਾ ਬ੍ਰਾਹਮਣ ਪੁਣਾ ਸੀ ਨਾ, ਉਹ ਨਾ ਜਾਵੇ। ਬੜਾ ਦੁਖੀ ਹੋਇਆ, ਬੜਾ ਦੁਖੀ ਹੋਇਆ। ਤੇ ਉਹਨੇ ਫਿਰ ਕੀ ਕਰਨਾ ਸ਼ੁਰੂ ਕੀਤਾ, ਉਹਨੇ ਲੰਗਰ ਨਹੀਂ ਛਕਣਾ। ਲੰਗਰ ਛਕਣ, ਜਦੋਂ ਸੰਗਤ ਲੰਗਰ ਛਕਦੀ ਸੀ ਨਾ, ਉਸ ਸੰਗਤ ਦੀਆਂ ਜਿਹੜੀਆਂ ਜੂਠੀਆਂ ਪਤਲਾਂ ਹੁੰਦੀਆਂ ਸੀਗੀਆਂ, ਉਹ ਪਤਲਾਂ ਉਹਨੇ ਚੱਕਣੀਆਂ। ਉਹਨਾਂ ਦੇ ਵਿੱਚ ਜਿਹੜਾ ਥੋੜ੍ਹਾ ਬਹੁਤਾ ਲੰਗਰ ਪਿਆ ਹੋਣਾ ਨਾ, ਉਹ ਉਹਨੇ ਛਕਣਾ ਸ਼ੁਰੂ ਕਰ ਦਿੱਤਾ। ਉਹਨੇ ਛਕਣਾ ਸ਼ੁਰੂ ਕਰਤਾ, ਨਾਲੇ ਬੋਲਣਾ ਸ਼ੁਰੂ ਕਰਤਾ, ਜੂਠਿਆ ਤੈਨੂੰ ਮੈਂ ਜੂਠ ਹੀ ਖਵਾਵਾਂਗਾ। ਅੰਦਰਲੇ ਬ੍ਰਾਹਮਣਵਾਦ ਨੂੰ ਕਹਿੰਦਾ, ਜੂਠਿਆ ਮੈਂ ਤੈਨੂੰ ਜੂਠ ਹੀ ਖਵਾਵਾਂਗਾ। ਜੂਠਿਆ ਤੇਰਾ ਇਲਾਜ ਸਿਰਫ ਇਹੋ ਹੀ ਹੈ ਕਿ ਤੈਨੂੰ ਜੂਠ ਦੀ ਹੀ ਖੁਰਾਕ ਜਿਹੜੀ ਹੈ ਉਹ ਮਿਲੇਗੀ, ਜੂਠ ਦੀ ਹੀ ਦਵਾਈ ਜਿਹੜੀ ਹੈ ਉਹ ਤੈਨੂੰ ਮਿਲੇਗੀ। ਇਸ ਗੱਲ ਦਾ ਮਾਤਾ ਖੀਵੀ ਜੀ ਨੂੰ ਪਤਾ ਲੱਗਾ, ਜਿਸ ਨੂੰ ਬਾਣੀ ਵਿੱਚ ਕਿਹਾ ਗਿਆ, ਮਾਤਾ ਖੀਵੀ ਨੇਕ ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ੌਪਤ ਰਾਲੀ, ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ, ਰਸ ਅੰਮ੍ਰਿਤ ਖੀਰ ਘਿਆਲੀ। ਮਾਤਾ ਖੀਵੀ ਜੀ ਨੂੰ ਜਦੋਂ ਪਤਾ ਲੱਗਾ, ਤੇ ਮਾਤਾ ਖੀਵੀ ਜੀ ਨੇ ਬਾਬਾ ਬੁੱਢਾ ਜੀ ਨਾਲ ਗੱਲ ਕੀਤੀ ਕਿ ਇਹ ਜੋਧ ਹੈ, ਸੇਵਾ ਬੜੀ ਕਰਦਾ, ਲੰਗਰਾਂ ਦੇ ਵਿੱਚ ਲੱਕੜਾਂ ਦੀ ਸੇਵਾ ਕਰਦਾ, ਹੋਰ ਸੇਵਾ ਕਰਦਾ, ਲੇਕਿਨ ਜਿਹੜਾ ਪ੍ਰਸ਼ਾਦਾ ਨਹੀਂ ਛਕਦਾ, ਸੰਗਤ ਦੀਆਂ ਜਿਹੜੀਆਂ ਜੂਠੀਆਂ ਪਤਲਾਂ, ਉਹਨਾਂ ਦੇ ਵਿੱਚ ਜਿਹੜਾ ਚੂਰਮਾ ਪਿਆ ਹੁੰਦਾ, ਥੋੜ੍ਹਾ ਬਹੁਤਾ ਜਿਹੜਾ ਬਚਿਆ, ਉਹਦੇ ਨਾਲ ਆਪਣਾ ਗੁਜ਼ਾਰਾ ਕਰਦਾ। ਇਹ ਗੱਲ ਚੱਲਦਿਆਂ ਚੱਲਦਿਆਂ ਨਾ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਪਹੁੰਚੀ ਹੈ। ਜਦੋਂ ਮਹਾਰਾਜ ਕੋਲ ਪਹੁੰਚੀ ਹੈ, ਇਤਿਹਾਸ ਇਹ ਲਿਖ ਰਿਹਾ, ਮੈਂ ਆਪਣੇ ਕੋਲੋਂ ਨਹੀਂ, ਇਤਿਹਾਸ ਲਿਖਦਾ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਹਨੂੰ ਆਵਾਜ਼ ਮਾਰੀ, ਆਪਣੇ ਕੋਲ ਬਿਠਾਇਆ। ਤੇ ਜਦੋਂ ਮਹਾਰਾਜ ਨੇ ਪੁੱਛਿਆ ਨਾ ਕਿ ਭਾਈ ਜੋਧ ਤੂੰ ਲੰਗਰ ਕਿੱਥੋਂ ਛਕਦਾ, ਇੰਨੀ ਜਦੋਂ ਗੱਲ ਕਹੀ ਨਾ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ ਅੱਖਾਂ ਜਿਹੜੀਆਂ ਸੇਜਲ ਹੋ ਗਈਆਂ। ਇਹ ਇਤਿਹਾਸ ਦੇ ਬੋਲ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ ਅੱਖਾਂ ਇੰਨੀ ਗੱਲ ਪੁੱਛਦਿਆਂ ਪੁੱਛਦਿਆਂ ਸੇਜਲ ਹੋ ਗਈਆਂ। ਫਿਰ ਉਹਨੇ ਦੱਸਿਆ, ਕਹਿੰਦੇ ਮਹਾਰਾਜ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਅੰਤਰਜਾਮੀ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੁਸੀਂ ਤਾਂ ਸਾਰਾ ਕੁਝ ਅੰਦਰ ਦੀਆਂ ਜਾਣਨ ਵਾਲੇ ਹੋ, ਮੈਂ ਆਪ ਜੀ ਨੂੰ ਕੀ ਆਪਣੀ ਅਵਸਥਾ ਬਿਆਨ ਕਰਾਂ। ਉੱਥੇ ਫਿਰ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਹਦੇ ਸਿਰ ਦੇ ਉੱਪਰ ਹੱਥ ਰੱਖਿਆ, ਬਖਸ਼ਿਸ਼ ਰੂਪੀ ਹੱਥ ਰੱਖਿਆ। ਤੇ ਜਦੋਂ ਹੱਥ ਰੱਖਿਆ ਨਾ,
ਤੇ ਫਿਰ ਕੀ ਹੋਇਆ? ਕਰ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ। ਉਹ ਜਿਹੜਾ ਸੀ ਨਾ ਅੰਦਰ ਹਉਮੈ ਦਾ ਜਿਹੜਾ ਸੀਗਾ, ਅਭਿਮਾਨ ਦਾ ਜਿਹੜਾ ਕੀੜਾ ਸੀਗਾ, ਉਹ ਮਹਾਰਾਜ ਨੇ ਅੰਦਰੋਂ ਖਿੱਚ ਕੇ ਬਾਹਰ ਕੱਢ ਦਿੱਤਾ। ਮਹਾਰਾਜ ਨੇ ਆਪਣੀ ਜਿਹੜੀ ਦ੍ਰਿਸ਼ਟੀ ਹੈ ਨਾ, ਦਿਵ ਦ੍ਰਿਸ਼ਟੀ ਜਿਹੜੀ ਹੈ ਨਾ, ਉਹ ਉਹਦੇ ਤੇ ਪਾਈ। ਔਰ ਵੈਸੇ ਮੈਂ ਇੱਕ ਬੇਨਤੀ ਕਰਾਂ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਤੁਸੀਂ ਸਵਈਏ ਪੜੋ, ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖੰਨ ਉਤਾਰ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਜਿਹੜੀ ਹੈ ਨਾ, ਉਹ ਐਸੀ ਦ੍ਰਿਸ਼ਟੀ ਹੈ, ਪਟ ਸਾਹਿਬਾਨ ਉਹਨਾਂ ਦੀ ਸਿਫਤ ਕਰਦੇ ਹੈ, ਕਹਿੰਦੇ ਜਿਹਦੇ ਉੱਪਰ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਪੈਂਦੀ ਹੈ ਨਾ, ਉਹਦੇ ਅੰਦਰ ਦਾ ਜਿਹੜਾ ਹਨੇਰਾ ਨਾ, ਉਹ 1 ਮਿੰਟ ਵਿੱਚ ਜਿਹੜਾ 1 ਸਕਿੰਟ ਵਿੱਚ ਜਿਹੜਾ, ਜਿਹਨੂੰ ਅਸੀਂ ਕਹਿੰਦੇ ਹਾਂ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ, ਉਹਨੂੰ ਸਮਾਂ ਨਹੀਂ ਲੱਗਦਾ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਬੇਨਤੀ ਕਰ ਰਿਹਾ ਸੀਗਾ, ਤੇ ਉਹ ਭਾਈ ਜੋਧ ਜਿਹੜਾ ਨਾ, ਭਾਈ ਜੋਧ ਜੇ ਅੰਦਰੋਂ ਅਭਿਮਾਨ ਦਾ ਜਿਹੜਾ ਕੀੜਾ ਸੀ ਨਾ, ਹੰਕਾਰ ਦਾ ਜਿਹੜਾ ਕੀੜਾ ਸੀ ਨਾ, ਉਹ ਗੁਰੂ ਸਾਹਿਬ ਨੇ ਹੱਥ ਰੱਖ ਕੇ ਉਹਦੇ ਸਿਰ ਦੇ ਉੱਪਰ, ਔਰ ਆਪਣੀ ਪਾਵਨ ਪਵਿੱਤਰ ਜਿਹੜੀ ਦ੍ਰਿਸ਼ਟੀ ਹੈ, ਉਹ ਜਦੋਂ ਮਹਾਰਾਜ ਨੇ ਉਹਦੇ ਪਾਈ ਤੇ ਉਹਦੇ ਅੰਦਰੋਂ ਉਹਨਾਂ ਨੇ ਬਾਹਰ ਕੱਢ ਦਿੱਤਾ। ਇੱਥੇ ਮਹਾਰਾਜ ਕਹਿੰਦੇ ਤਜ ਅਭਿਮਾਨ ਜਨਮ ਮਰਨ ਨਿਵਾਰੋ। ਤੇ ਅਸੀਂ ਬਚਨ ਵੀ ਪੜ੍ਹਦੇ ਹਾਂ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁੱਖ। ਇਹ ਗੁਰੂ ਦੀ ਬਖਸ਼ਿਸ਼ ਹੈ ਜੀ, ਇਹ ਗੁਰੂ ਦਾ ਬਿਰਦ ਹੈ ਜੀ। ਪਰੰਤੂ ਜੇਕਰ ਅਸੀਂ ਭਾਵਨਾ ਤੇ ਸ਼ਰਧਾ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਆਈਏ, ਮਹਾਰਾਜ ਇੱਥੇ ਫਰਮਾਉਂਦੇ ਤਜ ਅਭਿਮਾਨ, ਆਪਣੇ ਅੰਦਰ ਦਾ ਕਹਿੰਦੇ ਅਭਿਮਾਨ ਛੱਡ ਦੇ, ਕਹਿੰਦੇ ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ। ਹਉਮੈ ਦੀਰਘ ਰੋਗ ਹੈ, ਇਹ ਬੜਾ ਭੈੜਾ ਰੋਗ ਹੈ ਜੀ, ਬੜਾ ਵੱਡਾ ਰੋਗ ਹੈ ਜੀ। ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ, ਇਹ ਬਹੁਤ ਵੱਡਾ ਮਹਾਰਾਜ ਕਹਿੰਦੇ ਰੋਗ ਹੈ। ਤਜ ਅਭਿਮਾਨ, ਇਸ ਅਭਿਮਾਨ ਨੂੰ ਕਹਿੰਦੇ ਛੱਡ, ਇਸ ਹੰਕਾਰ ਨੂੰ ਕਹਿੰਦੇ ਛੱਡ। ਤਜ ਅਭਿਮਾਨ ਜਨਮ ਮਰਨ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ। ਹਰ ਕੇ ਦਾਸ ਕੇ, ਜਿਹੜਾ ਉਸ ਪਰਮਾਤਮਾ ਦਾ ਦਾਸ ਹੈ, ਜਿਹੜਾ ਉਸ ਪਰਮਾਤਮਾ ਦਾ ਸੇਵਕ ਹੈ, ਉਹਦੇ ਕਹਿੰਦੇ ਚਰਨਾਂ ਦੇ ਵਿੱਚ ਕਹਿੰਦੇ ਨਮਸਕਾਰ ਕਰੋ। ਪਰ ਹੋਵੇ ਉਸ ਪਰਮਾਤਮਾ ਦਾ ਸੇਵਕ, ਮੇਰੇ ਵਰਗਾ ਕਿਤੇ ਪਖੰਡੀ ਨਾ ਹੋਵੇ, ਜਿਹਨੂੰ ਮਹਾਰਾਜ ਕਹਿੰਦੇ ਆ ਜੋ ਦੀਸੇ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੂ ਪਾਏ ਜੀਓ। ਮੈਂ ਨਾ ਮੈਨੂੰ ਗੱਲ ਯਾਦ ਆ ਗਈ, ਕਾਫੀ ਸਾਲ ਪਹਿਲਾਂ ਮੈਂ ਤੁਹਾਡੇ ਇੱਥੇ ਕਥਾ ਕਰ ਰਿਹਾ ਸੀਗਾ ਬਾਰ ਸਿੰਘ ਸਭਾ ਗੁਰਦੁਆਰੇ ਦੇ ਵਿੱਚ, ਮੈਨੂੰ ਉਹਦਾ ਨਾਮ ਵਿਸਰ ਗਿਆ। ਤੇ 4 ਦਿਨ ਦਾਸ ਦੀ ਉੱਥੇ ਹਾਜ਼ਰੀ ਸੀਗੀ। ਇੱਕ ਦਿਨ ਹਾਜ਼ਰੀ ਭਰੀ ਤੇ ਦੂਸਰੇ ਦਿਨ ਮੈਂ ਹਾਜ਼ਰੀ ਭਰਨ ਤੋਂ ਪਹਿਲਾਂ ਬੇਸਮੈਂਟ ਤੇ ਜਾ ਕੇ ਹੇਠਾਂ ਥੋੜ੍ਹਾ ਬੈਠ ਗਿਆ, ਆਪਣੇ ਆਪ ਨੂੰ ਸੈੱਟ ਕਰਨ ਵਾਸਤੇ, ਮਨ ਨੂੰ ਸੈੱਟ ਕਰਨ ਵਾਸਤੇ ਵੀ ਕਿੱਥੋਂ ਕਥਾ ਸ਼ੁਰੂ ਕਰਨੀ ਹੈ, ਕਿੱਦਾਂ ਕਰਨੀ, ਆਪਣੇ ਆਪ ਦੀ ਨਾ ਥੋੜ੍ਹਾ ਰਿਲੈਕਸ ਦੇ ਮੂਡ ਵਿੱਚ। ਤੇ ਜਦੋਂ ਮੈਂ ਬੈਠਾ ਇੱਕ ਚੇਅਰ ਤੇ ਇੱਕ ਬਜ਼ੁਰਗ ਔਰਤ, ਮੇਰੇ ਖਿਆਲ ਦੇ ਵਿੱਚ ਜ਼ਿਆਦਾ ਨਹੀਂ ਤੇ ਉਹ 70 ਤੋਂ 80 ਦੇ ਗੇੜ ਦੇ ਹੋਣਗੇ, ਉਹ ਆਏ ਤੇ ਮੈਂ ਨੀਵੀਂ ਪਾ ਕੇ ਬੈਠਾ ਤੇ ਆਪਣੇ ਆਪ ਨੂੰ, ਆਪਣੇ ਜਿੱਦਾਂ ਕਹਿ ਲਓ ਕਿ ਆਪਣੀ ਕਥਾ ਦੀ ਸੈਟਿੰਗ ਕਰ ਰਹੇ ਹਾਂ, ਹੈ ਨਾ। ਤੇ ਉਹ ਬਜ਼ੁਰਗ ਔਰਤ ਮੇਰੇ ਪੈਰਾਂ ਨੂੰ ਆ ਕੇ ਪੈ ਗਈ। ਜਦੋਂ ਹੁਣ ਨੀਵੀਂ ਹੋਈ ਹੈ ਤੇ ਕੁਦਰਤੀ ਗੱਲ ਹੈ, ਸਿਰ ਉਹਨਾਂ ਦਾ ਚਿੱਟਾ ਸੀ, ਮੈਂ ਦੇਖ ਲਿਆ ਤੇ ਮੈਂ ਫਟਾਫਟ ਉੱਠਿਆ। ਮੈਂ ਕਿਹਾ ਮਾਤਾ ਤੂੰ ਇਹ ਕੀ ਕੀਤਾ? ਤੇ ਮੈਨੂੰ ਉਹ ਮਾਤਾ ਕਹਿੰਦੀ ਬਹਿ ਜਾ, ਕਹਿੰਦੀ ਟੇਕੇ। ਮਾਤਾ ਇੱਦਾਂ ਹੀ ਆਹ ਲਫ਼ਜ਼ ਬੋਲੇ, ਕਹਿੰਦੀ ਬਹਿ ਜਾ ਟੇਕੇ। ਮੈਂ ਕਿਹਾ ਮਾਤਾ ਤੂੰ ਮੇਰੇ ਪੈਰ ਨੂੰ ਹੱਥ ਲਾਇਆ? ਕਹਿੰਦੀ ਮੈਂ ਤੇਰਿਆਂ ਨੂੰ ਨਹੀਂ ਹੱਥ ਲਾਇਆ, ਜਿਹੜਾ ਤੇਰੇ ਵਿੱਚ ਕੱਲ ਬੋਲਦਾ ਸੀਗਾ ਮੈਂ ਉਹਨੂੰ ਹੱਥ ਲਾਇਆ, ਉਹਨੂੰ ਮੈਂ ਕਹਿੰਦੀ ਹੱਥ ਲਾਇਆ, ਜਿਹੜਾ ਕਹਿੰਦੀ ਤੇਰੇ ਵਿੱਚ ਬੋਲਦਾ ਸੀ। ਕਹਿੰਦੀ ਇੱਥੇ ਮਹਾਰਾਜ ਕਹਿੰਦੇ ਐ ਹਰ ਕੇ ਦਾਸ ਕੇ ਚਰਨ ਨਮਸਕਾਰੋ, ਜਿਹੜਾ ਕਹਿੰਦੇ ਉਸ ਪਰਮਾਤਮਾ ਦਾ ਦਾਸ ਹੈ, ਜਿਹੜਾ ਉਸ ਪਰਮਾਤਮਾ ਦੇ ਨਾਲ ਓਤ-ਪੋਤ ਹੈ, ਉਹਦੇ ਚਰਨਾਂ ਨੂੰ ਕਹਿੰਦੇ ਨਮਸਕਾਰ ਕਰੋ। ਫਿਰ ਅੱਗੇ ਮਹਾਰਾਜ ਫਰਮਾਉਂਦੇ ਸਾਸ ਸਾਸ ਪ੍ਰਭ ਮਨਹਿ ਸੰਭਾਲੇ। ਉਸ ਪਰਮਾਤਮਾ ਨੂੰ
ਜਿਹੜਾ ਜਪਣਾ ਉਹਦਾ ਜਿਹੜਾ ਨਾਮ ਹੈ ਉਹ ਹਰ ਸਵਾਸ ਦੇ ਨਾਲ ਜਿਹੜਾ ਉਸ ਪਰਮਾਤਮਾ ਦਾ ਨਾਮ, ਜਿਹਨੂੰ ਭਗਤ ਤ੍ਰਿਲੋਚਨ ਜੀ ਕਹਿੰਦੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ। ਤੂੰ ਕੰਮ ਸਾਰੇ ਕਰਨੇ ਆਪਣੇ, ਜਿਹੜੇ ਤੇਰੇ ਰੋਜ਼ਾਨਾ ਦੇ ਕਾਰਜ ਆ ਉਹ ਕਰਨੇ ਹੈ, ਲੇਕਿਨ ਉਹਨਾਂ ਕਾਰਜਾਂ ਨੂੰ ਕਰਦਿਆਂ ਕਰਦਿਆਂ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਆਪਣਾ ਜਿਹੜਾ ਚੇਤਨ ਆ ਉਹ ਮਹਾਰਾਜ ਕਹਿੰਦੇ ਰੱਖਣਾ। ਮਹਾਰਾਜ ਫਰਮਾਉਂਦੇ ਸਾਸ ਸਾਸ ਪ੍ਰਭ ਮਨਹਿ ਸੰਭਾਲੇ। ਫਿਰ ਅੱਗੇ ਮਹਾਰਾਜ ਸਾਨੂੰ ਫਰਮਾਉਂਦੇ ਆ ਸੋ ਧਨ ਸੰਚੋਹ, ਉਹਦੀ ਕਮਾਈ ਕਰ। ਇੱਥੇ ਧਨ ਦਾ ਅਖਰੀ ਅਰਥ ਇਕੱਲਾ ਪੈਸਾ ਨਹੀਂ ਹੈ, ਧਨ ਦੇ ਬਹੁਤ ਰੂਪ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰੰਤੂ ਮੈਂ ਇੱਕੋ ਹੀ ਰੂਪ ਲਵਾਂਗਾ। ਇੱਥੇ ਧਨ ਦਾ ਅਖਰੀ ਅਰਥ ਹੈ ਨਾਮ। ਪਰਮਾਤਮਾ ਨੂੰ ਰਿਝਾਉਣ ਵਾਸਤੇ ਕੀਤੇ ਜਾਣ ਵਾਲੇ ਤੇਰੇ ਧਾਰਮਿਕ ਜਿਹੜੇ ਕਰਮ ਹੈ, ਧਾਰਮਿਕ ਕਰਮ ਕਹਿ ਰਿਹਾ, ਪਖੰਡ ਨਹੀਂ। ਮਹਾਰਾਜ ਕਹਿੰਦੇ ਸੋ ਧਨ ਸੰਚੋਹ, ਉਹਦੀ ਕਹਿੰਦੇ ਕਮਾਈ ਕਰ, ਉਹਨੂੰ ਕਹਿੰਦੇ ਸੰਭਾਲ, ਜੋ ਚਾਲੈ ਨਾਲੇ। ਤੇ ਅਸੀਂ ਪੜ੍ਹਦੇ ਹਾਂ ਸਾਡੇ ਨਾਲ ਕੀ ਜਾਣਾ, ਜਹ ਮਾਤ ਪਿਤਾ ਸੁਤ ਪੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਨਾਮ ਦੀ ਕਮਾਈ ਸਾਧ ਸੰਗਤ ਜੀ ਉਹ ਸਾਡੇ ਨਾਲ ਜਾਣੀ ਹੈ। ਸੋ ਤਨ ਸੰਚੋਹ ਜੋ ਚਾਲੈ ਨਾਲੇ, ਤਿਸੇ ਪ੍ਰਾਪਤ ਜਿਸ ਮਸਤਕ ਭਾਗ, ਤਿਸ ਹੈ ਪ੍ਰਾਪਤ ਜਿਸ ਮਸਤਕ ਭਾਗ। ਮੈਂ ਨਾ ਆਖਰੀ ਪੰਕਤੀ ਦੀ ਵਿਚਾਰ ਕਰਨ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਨਾ, ਸਿੰਘ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਹਰ ਰੋਜ਼ ਵੈਸੇ ਤੇ ਦੁਹਰਾਉਂਦੇ ਆ ਕਿ ਘਰਾਂ ਦੇ ਵਿੱਚ ਗੁਰਮੁਖੀ ਜਿਹੜੀ ਆ ਉਹ ਬੋਲਿਆ ਕਰੋ। ਦੇਖੋ ਸਿੱਖ ਨੇ ਹਰ ਸਮੇਂ ਦਾ ਹਾਣੀ ਬਣਨਾ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਜਦੋਂ ਸਿੱਖ ਨੂੰ ਮਿਲਦਾ ਉਸ ਸਮੇਂ, ਘੱਟੋ ਘੱਟ ਉਸ ਸਮੇਂ ਜਿਹੜੀ ਗੱਲਬਾਤ ਹੈ ਉਹ ਆਪਣੀ ਭਾਸ਼ਾ ਦੇ ਵਿੱਚ ਕੀਤੀ ਜਾਵੇ। ਆਪਣੇ ਘਰ ਦੇ ਵਿੱਚ, ਘਰ ਤੋਂ ਬਾਹਰ, ਗੁਰਦੁਆਰਾ ਸਾਹਿਬ ਜਾਂ ਕਿਤੇ ਬਾਜ਼ਾਰ ਦੇ ਵਿੱਚ ਜਦੋਂ ਸਿੱਖ ਨੂੰ ਮਿਲਦਾ, ਉਹਦੀ ਆਪਸੀ ਜਿਹੜੀ ਗੱਲਬਾਤ ਹੈ। ਦੇਖੋ ਜੇਕਰ ਇੱਕ ਮਾਂ ਖੜੀ ਹੈ ਤੇ ਇੱਕ ਮਾਸੀ ਖੜੀ ਹੈ, ਜੇ ਅਸੀਂ ਮਾਂ ਨੂੰ ਛੱਡ ਕੇ ਮਾਸੀ ਨੂੰ ਮੱਥਾ ਟੇਕ ਦੇਵਾਂਗੇ ਪਹਿਲਾਂ, ਤੇ ਮਾਂ ਦੇ ਮਨ ਵਿੱਚ ਕੀ ਆਵੇਗਾ ਤੁਸੀਂ ਆਪ ਹਿਸਾਬ ਲਾ ਲਓ। ਇੱਕ ਛੋਟੀ ਜਿਹੀ ਉਦਾਹਰਣ ਹੈ, ਮੈਂ ਇਹ ਨਹੀਂ ਕਹਿੰਦਾ ਕਿ ਮਾਸੀ ਨੂੰ ਮੱਥਾ ਨਾ ਟੇਕੋ, ਪਰੰਤੂ ਮੈਂ ਨਾਲ ਇਹ ਕਹਾਂਗਾ ਸਭ ਤੋਂ ਪਹਿਲਾ ਸਤਿਕਾਰ ਆਪਣੀ ਮਾਂ ਦਾ ਕਰੋ। ਮਾਸੀ ਦਾ ਸਤਿਕਾਰ ਵੀ ਕਰਨਾ ਹੈ, ਜਿਹੜੀਆਂ ਸਾਡੀਆਂ ਦੂਸਰੀਆਂ ਭਾਸ਼ਾਵਾਂ ਉਹ ਸਿੱਖ ਨੇ ਸਿੱਖਣੀਆਂ, ਲੇਕਿਨ ਪਹਿਲੀ ਜਿਹੜੀ ਸਾਡੀ ਹੈ ਉਹ ਮਾਂ ਹੈ। ਮਹਾਰਾਜ ਕੇ ਇਸ ਲਈ ਮਾਂ ਬੋਲੀ ਦਾ ਸਤਿਕਾਰ ਵੱਧ ਤੋਂ ਵੱਧ, ਔਰ ਗੁਰਮੁਖੀ ਜਿਹੜੀ ਹੈ, ਕਿਉਂਕਿ ਗੁਰਮੁਖੀ ਪੜ੍ਹਾਂਗੇ ਨਾ ਤੇ ਤਾਂ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਵਿੱਚ ਆ ਕੇ ਬੈਠ ਸਕਦੇ ਹਾਂ। ਮਹਾਰਾਜ ਫਰਮਾਉਂਦੇ ਹਨ, ਮਹਾਰਾਜ ਫਰਮਾਉਂਦੇ ਤਿਸੇ ਪ੍ਰਾਪਤ ਜਿਸ ਮਸਤਕ ਭਾਗ। ਇਹ ਨਾਮ ਦੀ ਪ੍ਰਾਪਤੀ ਸਿਰਫ ਤੇ ਸਿਰਫ ਉਹਨਾਂ ਨੂੰ ਹੋਵੇਗੀ ਜਿਨ੍ਹਾਂ ਦੇ ਕਹਿੰਦੇ ਮਸਤਕ ਦੇ ਭਾਗ ਹਨ। ਮਸਤਕ ਦੇ ਭਾਗ ਬਣਾਉਣ ਵਾਸਤੇ ਗੁਰੂ ਘਰ ਆਉਣਾ ਪਵੇਗਾ, ਮੱਥਾ ਟੇਕਣਾ ਪਵੇਗਾ, ਤੇ ਗੁਰੂ ਐਸਾ ਸਮਰੱਥ ਹੈ ਉਹ ਸਾਡੇ ਮਸਤਕ ਦੇ ਭਾਗ ਜਿਹੜੇ ਆ ਉਹ ਬਦਲ ਦੇਵੇਗਾ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ। ਇਹ ਸਿੱਖਾ ਤੇਰਾ ਕਰਮ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਗੁਰੂ ਨੇ ਤੇਰੇ ਕਰਮ ਇਦਾਂ ਬਦਲਨੇ, ਸ਼ੁਰੂਆਤ ਤੈਨੂੰ ਕਰਨੀ ਪੈਣੀ। ਮਹਾਰਾਜ ਫਰਮਾਉਂਦੇ ਤਿਸੇ ਪ੍ਰਾਪਤ ਜਿਸ ਮਸਤਕ ਭਾਗ। ਇਹ ਜੋ ਨਾਮ ਦੀ ਪ੍ਰਾਪਤੀ ਹੈ ਉਹਨਾਂ ਨੂੰ ਹੋਵੇਗੀ ਜਿਨ੍ਹਾਂ ਦੇ ਮਸਤਕ ਦੇ ਭਾਗ। ਕਹੋ ਨਾਨਕ ਤਾਕੀ ਚਰਨੀ ਲਾਗ। ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋਈ ਹੈ, ਜਿਹੜੇ ਨਾਮ ਦੇ ਨਾਲ ਜੁੜੇ ਹੈ, ਜਿਹੜੇ ਉਸ ਪਰਮਾਤਮਾ ਦਾ ਹੀ ਰੂਪ ਹੋਏ ਹੈ, ਉਹਨਾਂ ਦੇ ਚਰਨੀ ਲਾਗ। ਤੇ ਮੈਂ ਬੇਨਤੀ ਕਰਾਂ, ਮੈਨੂੰ ਤੇ ਇਸ ਵੇਲੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਖਾਈ ਦੇ ਰਹੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਕੱਲੇ ਦਿਖਾਈ ਦੇ ਰਹੇ। ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਡੰਡੌਤ ਬੰਦਨ ਕਰ, ਤਰਲਾ ਕਰ, ਜੋਦੜੀ ਕਰ। ਕਹੋ ਨਾਨਕ ਮਹਾਰਾਜ ਕਹਿੰਦੇ ਤਾਕੀ ਚਰਨੀ ਲਾ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੀਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ।